ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੀ ਕੁਝ ਕਹਿ ਰਹੇ ਨੇ ਪੰਜਾਬ ਨੂੰ ਲੈ ਕੇ, ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ, ਕਾਂਗਰਸ ਦੀ ਰਣਨੀਤੀ ਨੂੰ ਲੈ ਕੇ। ਸਿੱਧਾ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਨਪਿੰਦਰ ਬਰਾੜ ਦਾ। ਨਪਿੰਦਰ, ਓਵਰ ਟੂ ਯੂ। ਸ਼ੁਕਰੀਆ ਗੌਰਵ। ਤਾਂ ਪੰਜਾਬ ਦੇ ਵਿੱਚ ਚੋਣਾਂ ਨੇ, ਚੋਣਾਂ ਦਾ ਸੁਨੇਹਾ ਇੱਥੋਂ ਲੱਗਦਾ ਹੈ ਕਿ ਜਗ੍ਹਾ ਜਗ੍ਹਾ ਰੈਲੀਆਂ ਹੋ ਰਹੀਆਂ ਨੇ ਤੇ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਆ, ਇੱਕ ਦੂਜੇ ਤੇ ਵੱਡੇ ਵੱਡੇ ਹਮਲੇ ਕੀਤੇ ਜਾ ਰਹੇ ਨੇ ਔਰ ਦੂਜੇ ਪਾਸੇ ਆਪਣੀ ਆਪਣੀ ਰਣਨੀਤੀ ਵੀ ਤਿਆਰ ਕੀਤੀ ਜਾ ਰਹੀ ਆ। ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ, ਦਿਨ ਘਟਦੇ ਜਾ ਰਹੇ ਨੇ, ਤਾਂ ਪੰਜਾਬ ਦੀ ਸੱਤਾ ਧਿਰ ਪੂਰੀ ਤਿਆਰੀ ਦੇ ਵਿੱਚ ਆ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰੋਜ਼ ਦਿਨੇ ਕੰਮ ਹੁੰਦਾ ਤੇ ਰਾਤ ਦੇ ਵੇਲੇ ਕੈਬਨਿਟ ਹੁੰਦੀ ਆ, ਦੇਰ ਰਾਤ ਪ੍ਰੈਸ ਕਾਨਫਰੰਸ ਹੁੰਦੀ ਆ, ਵੱਡੇ ਵੱਡੇ ਐਲਾਨ ਕੀਤੇ ਜਾਂਦੇ ਨੇ। ਇਹਨਾਂ ਐਲਾਨਾਂ ਦੇ ਨਾਲ ਪੰਜਾਬ ਦਾ ਕੀ ਬਣੇਗਾ, ਪੰਜਾਬ ਦਾ ਕੁਝ ਭਲਾ ਹੋਏਗਾ? ਕੀ ਐਲਾਨ ਅਸਲ ਦੇ ਵਿੱਚ ਲਾਗੂ ਹੋ ਸਕਣਗੇ? ਕੀ ਕਾਂਗਰਸ ਦਾ ਅੰਦਰੂਨੀ ਕਲੇਸ਼ ਇਹਨਾਂ ਐਲਾਨਾਂ ਦੇ ਬਾਵਜੂਦ ਕਾਂਗਰਸ ਨੂੰ ਰਿਪੀਟ ਕਰਨ ਦੇ ਵਿੱਚ ਮਦਦ ਤੋਂ, ਕਿਉਂਕਿ ਜਿਸ ਤਰ੍ਹਾਂ ਹਾਲਾਤ ਬਣੇ ਨੇ, ਜਿਸ ਤਰ੍ਹਾਂ ਵਿਰੋਧੀਆਂ ਨੂੰ ਮਦਦ ਕੀ ਕਰੇਗਾ, ਜਾਂ ਫਿਰ ਸੱਤਾ ਧਿਰ ਹੈ ਜਿਹੜੀ ਉਹ ਇਸ ਕਲੇਸ਼ ਦੇ ਬਾਵਜੂਦ ਸੱਤਾ ਦੇ ਵਿੱਚ ਆਉਣ 'ਚ ਕਾਮਯਾਬ ਰਹੇਗੀ? ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਨਾਲ ਨੇ। ਚੰਨੀ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਨਿਊਜ਼ 18 ਵਾਲਿਆਂ ਨੇ ਅੱਜ ਮੇਰੇ ਨਾਲ ਗੱਲਬਾਤ ਕਰਨ ਦਾ ਮਨਸਾ ਕੀਤਾ ਹੈ। ਥੈਂਕ ਯੂ ਵੈਰੀ ਮਚ। ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਜੀ, ਦਿਨੇ ਹੋਰ ਜਿਵੇਂ ਤੇ ਜਦੋਂ ਹਨੇਰਾ ਜਿਹਾ ਪੈ ਜਾਂਦਾ ਰਾਤ ਵੇਲੇ ਤੁਸੀਂ ਕੈਬਨਿਟ ਬੁਲਾ ਲੈਂਦੇ ਆ, ਦੂਰੋਂ ਨੇੜੋਂ ਸਾਰਿਆਂ ਨੂੰ ਸੱਦ ਲੈਂਦੇ ਆ ਤੇ ਮੁੜ ਕੇ ਕਾਫੀ ਰਾਤ ਪਏ ਤੋਂ ਤੁਹਾਡੀ ਪ੍ਰੈਸ ਕਾਨਫਰੰਸ ਹੁੰਦੀ ਆ, ਵੱਡੇ ਵੱਡੇ ਐਲਾਨ। ਦਿਨ ਥੋੜੇ ਰਹਿ ਗਏ ਤਾਂ ਕਰਕੇ ਨਹੀਂ, ਮੈਨੂੰ ਮਿਲੇ ਹੀ 2020 ਮੈਚ ਹੁੰਦਾ ਨਾ, ਸਾਨੂੰ ਤਾਂ ਆਖਰੀ 2 ਓਵਰ ਮਿਲੇ ਆ ਤੇ ਆਖਰੀ 2 ਓਵਰ 'ਚ ਅਸੀਂ ਧੂਆਂਧਾਰ ਬੈਟਿੰਗ ਕਰ ਰਹੇ। ਪਰ ਇਹ ਧੂਆਂਧਾਰ ਬੈਟਿੰਗ ਹੈ ਜਿਹੜੀ ਸੀਐਮ ਸਾਹਿਬ ਐਲਾਨ ਤੁਸੀਂ ਕਰੀ ਜਾ ਰਹੇ ਹੋ। ਨਾ ਨਾ ਤੁਹਾਡੇ ਤੇ ਵਿਰੋਧੀ ਨੇ ਕਹਿੰਦੇ ਕਿ ਤੁਸੀਂ ਐਲਾਨ ਜਿੱਤ ਬਣ ਗਏ। ਮੈਂ ਕੋਈ ਐਲਾਨ ਕਰਦਾ ਹੀ ਨਹੀਂ, ਮੈਂ ਨਾਲ ਇੰਪਲੀਮੈਂਟ ਕਰਦਾ। ਸਾਡੀ ਸਰਕਾਰ ਨੇ ਬਿਜਲੀ ਦੇ ਬਕਾਏ ਮਾਫ ਕੀਤੇ, ਬਿੱਲਾਂ 'ਚ ਲਿਖ ਕੇ ਆ ਗਿਆ, ਚੈੱਕ ਕਰ ਲਓ। 3 ਰੁਪਏ ਰੇਟ ਘਟਾਇਆ, ਘਟ ਗਿਆ। ਪੈਟਰੋਲ ਦਾ ਰੇਟ ਘਟਾਇਆ 10 ਰੁਪਏ, ਪਹਿਲੀ ਵਾਰ 10 ਰੁਪਏ ਇਕੱਠਾ ਰੇਟ ਘਟਿਆ ਹੈ। ਅੱਜ ਤੱਕ ਵੈਸੇ ਘਟਦਾ ਹੀ ਨਹੀਂ, ਵੱਧਦਾ ਹੀ ਹੁੰਦਾ ਹੈ। ਡੀਜ਼ਲ ਦਾ 5 ਰੁਪਏ ਰੇਟ ਘਟਾਇਆ, ਪੈਟਰੋਲ ਪੰਪ पर जाके चेक कर लो घटिया हुआ कि नहीं। पानी के बकाए माफ करते हैं, हो गए हैं। अगे 50 रुपए बिल करता है 160 तो 150 रुपए हो गया। साडे ऐलान कोई है ही नहीं, है ना नोटिफिकेशन। मेरी गल सुनो, कल ऐसी आंगनवाड़ी वालियां बीबियां दे तनख्वाह वधाई है, 2 दिन पहला ऐसी आशा वर्कर की तनख्वाह वधाई है, ਨਾਲ ਅਸੀਂ ਮਿਡ ਡੇ ਮੀਲ ਵਾਲਿਆਂ ਦੀ ਤਨਖਾਹ ਵਧਾਈ ਹੈ। 1.25 ਲੱਖ ਔਰਤ ਹੈ ਇਹ ਪੰਜਾਬ ਦੇ ਵਿੱਚ, ਜਿਹੜੀ 46,000 ਮਿਡ ਡੇ ਮੀਲ ਹੈ, 52,000 ਔਰਤ ਹੈਗੀ ਹੈ ਆਂਗਨਵਾੜੀ ਦੇ ਵਿੱਚ, ਫਿਰ ਤੀਸਰਾ ਆਸ਼ਾ ਵਰਕਰ 21,000। ਇਹਨਾਂ ਦੀ ਨਾਲ ਨੋਟੀਫਿਕੇਸ਼ਨ ਦਿੱਤੀ ਹੈ ਤਨਖਾਹ ਵਧਾ ਕੇ, ਇਸ ਮਹੀਨੇ ਦੀ ਤਨਖਾਹ ਵੱਧ ਮਿਲਣ ਲੱਗ ਗਈ। ਨੋਟੀਫਿਕੇਸ਼ਨ ਤੁਸੀਂ ਕਰਤੀ, ਚਲੋ ਮੰਨ ਲੈਂਦੇ ਆ, ਇਸ ਮੁੱਦੇ ਤੇ ਵੀ ਆਉਣੇ ਆਪਾਂ। ਇੱਕ ਤੁਸੀਂ ਕੱਲ ਹੋਰ ਐਲਾਨ ਕੀਤਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਬੜੇ ਦੁਖੀ ਨੇ ਨੌਕਰੀ ਨੂੰ ਲੈ ਕੇ। ਤੁਸੀਂ ਐਲਾਨ ਕੀਤਾ ਹੈ ਕਿ 1 ਲੱਖ ਨੌਕਰੀ ਹਰ ਸਾਲ ਦਿਆ ਕਰਾਂਗੇ ਸਰਕਾਰੀ। ਕਿੱਥੋਂ ਆਏਗੀ ਉਹ ਨੌਕਰੀ? 2000 ਰੁਪਏ ਦਾ ਮੈਂ ਐਲਾਨ ਕੀਤਾ ਹੈ ਕਿ ਜਿੰਨਾ ਕਾਲਜ ਗੋਇੰਗ ਸਟੂਡੈਂਟ ਹੈ, ਜਿਹੜਾ ਕਿ ਲਗਭਗ 8.5 ਲੱਖ ਹੈ ਅੱਜ ਦੀ ਤਰੀਕ 'ਚ, ਚਾਹੇ ਉਹ ITI ਜਾਂਦਾ ਹੈ, ਚਾਹੇ ਟੈਕਨੀਕਲ ਐਜੂਕੇਸ਼ਨ ਲੈਂਦਾ, ਚਾਹੇ ਮੈਡੀਕਲ ਐਜੂਕੇਸ਼ਨ ਲੈਂਦਾ, ਚਾਹੇ MBBS ਕਰ ਰਿਹਾ, ਚਾਹੇ ਉਹ BA ਕਰ ਰਿਹਾ, ਚਾਹੇ MBA ਕਰ ਰਿਹਾ, ਉਹਨਾਂ ਸਾਰਿਆਂ ਨੂੰ 2-2000 ਰੁਪਇਆ ਭੇਜ ਰਹੇ ਕਿ ਕਰੋਨਾ ਦੇ ਵਿੱਚ ਕਾਲਜ ਨਹੀਂ ਲੱਗ ਰਹੇ, ਉਹਨਾਂ ਨੂੰ ਸਹਾਇਤਾ ਚਾਹੀਦੀ ਹੈ। ਉਹ ਅੱਜ ਰਾਤ ਐਲਾਨ ਕੀਤਾ ਹੈ, ਅੱਜ ਖਾਤੇ ਮੰਗਾ ਰਹੇ ਆ ਸਾਰੇ ਕਾਲਜਾਂ ਤੇ, ਕੱਲ੍ਹ ਨੂੰ ਪੈਸੇ ਪਾ ਦੇਣੇ ਆ। ਸਾਡਾ ਕੰਮ ਰੁਕਦਾ ਕਾਹਦਾ ਹੈ? ਅਸੀਂ ਜੇ ਐਲਾਨ ਕੀਤਾ ਕਿ 1 ਲੱਖ ਨੌਕਰੀ ਦਾ ਪਹਿਲੇ ਦਿਨ ਸਾਈਨ ਕਰਾਂਗੇ ਤਾਂ ਕਰਾਂਗੇ। ਸਾਡੇ ਪਾਸ 1 ਲੱਖ ਨੌਕਰੀਆਂ ਪਈਆਂ, ਹਰ ਸਾਲ ਲੱਖ ਹੋ ਜਾ ਕਰੇਗੀ, 5 ਸਾਲ 'ਚ 5 ਲੱਖ। ਸਾਡੇ ਪਾਸ ਨੌਕਰੀਆਂ ਹੈ, ਅਸੀਂ ਦੇਵਾਂਗੇ। ਸਾਡੀਆਂ ਪਿਛਲੀ ਸਰਕਾਰ ਨੇ ਜਿਹੜੀਆਂ ਨੌਕਰੀਆਂ ਕੱਢੀਆਂ ਤੇ ਉਹ ਸਿਰੇ ਨਹੀਂ ਚੜੀਆਂ ਕਿਉਂਕਿ ਟਾਈਮ ਨਹੀਂ ਸੀ, ਅਸੀਂ ਅੱਗੇ ਚੜਾ ਦੇਣੀ ਹੈ। ਘਰ ਘਰ ਨੌਕਰੀ ਦਾ ਵਾਅਦਾ ਪਿਛਲੀ ਟਰਮ 'ਚ ਹੋਇਆ ਸੀ। ਬਿਲਕੁਲ ਸੀਗਾ। ਉਹ ਘਰ ਘਰ ਨੌਕਰੀ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਦੇਖੋ ਮੇਲੇ ਵੀ ਲਾਏ, ਪ੍ਰਾਈਵੇਟ ਨੌਕਰੀਆਂ ਦਿੱਤੀਆਂ, 5-5 ਦੀਆਂ ਨੌਕਰੀਆਂ। ਉਹ ਸਰਕਾਰ ਦੀ ਗਾਰੰਟੀ ਨਹੀਂ ਸੀ, ਮੈਂ ਕਾਨੂੰਨ ਲੈ ਕੇ ਆਇਆ। ਸਰਕਾਰ ਦੀ ਗਾਰੰਟੀ ਦੇ ਰਿਹਾ, ਮੇਰੀ ਗਾਰੰਟੀ ਨਹੀਂ ਹੈ। ਇਹ ਮੁੱਖ ਮੰਤਰੀ ਜਾਂ ਮੰਤਰੀਆਂ ਦੀ ਗਾਰੰਟੀ ਇਕੱਲਿਆਂ ਦੀ ਨਹੀਂ ਹੈ। ਕੈਬਨਿਟ ਦੇ ਵਿੱਚ ਫੈਸਲਾ ਹੋਇਆ, ਇੱਕ ਸਕੀਮ ਬਣੀ ਹੈ, ਕਾਨੂੰਨੀ ਗਾਰੰਟੀ ਹੈ ਇਹ। ਅਸੀਂ ਨੌਕਰੀ ਦੇਣੀ ਹੈ, ਨਾਲ ਇਕੱਲੀ ਨੌਕਰੀ ਨਹੀਂ ਹੈ। ਜਿਹੜੇ ਬਾਹਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਇੰਟਰਸਟ ਵੀ ਲੋਨ ਦੇਣਾ ਹੈ। ਜਿਹੜੇ ਬਾਹਰ ਜਾਣਾ ਚਾਹੁੰਦੇ ਸਰਕਾਰ ਆਪ ਭੇਜੇਗੀ। ਜਿਹੜਾ ਏਜੰਟ ਲੁੱਟ ਰਿਹਾ ਉਹ ਖਤਮ ਕਰਨੀ ਹੈ।
ਆਈਲੈਟਸ ਦੀ ਜਿਹੜੀ ਟ੍ਰੇਨਿੰਗ ਹੈ ਉਹ ਫ੍ਰੀ ਦੇਣੀ ਹੈ। ਨਾਲ ਜੇ ਕੋਈ ਨੌਕਰੀ ਕਰਨਾ ਚਾਹਣਾ ਤਾਂ ਉਹਨੂੰ ਲੋਨ ਤੋਂ ਆਉਣਾ ਹੈ। ਇਹ ਰੈਗੂਲਰ ਇਹ ਨੌਕਰੀਆਂ trust ਹੋਣਗੀਆਂ ਲੱਖ, ਜਾਂ ਇਹ ਵੀ ਕੰਟਰੈਕਟ ਦੀਆਂ ਹੋਣਗੀਆਂ? ਨਹੀਂ, ਅਸੀਂ ਤਾਂ ਕੰਟਰੈਕਟ ਤੇ ਆਊਟਸੋਰਸ ਬੰਦ ਕਰ ਰਹੇ ਕਿ ਕਾਂਟੋ ਕਲੇਸ ਬੰਦ ਕਰੋ। ਬੰਦੇ ਨੂੰ ਤੁਸੀਂ 5-7 ਹਜ਼ਾਰ ਦੇ ਵਿੱਚ ਭਰ ਲੈਂਦੇ ਹੋ ਆਊਟਸੋਰਸ, ਫਿਰ ਉਹ ਰੋਜ਼ ਦੇ ਧਰਨੇ। ਹੁਣ ਮੈਂ ਕਿੰਨੇ ਕੁ ਧਰਨੇ ਨਜਿੱਠੀ ਜਾਵਾਂ? ਇਹ ਸਿਸਟਮ ਹੀ ਬੰਦ ਕਰਨਾ ਹੈ। ਜਿਹਨੂੰ ਦੇਣੀ ਹੈ ਰੈਗੂਲਰ ਨੌਕਰੀ ਦਿਓ। ਧਰਨੇ ਪੱਕੇ ਚੁਕਾ ਦੇਣੇ ਆ। ਕਿਉਂ ਦਈਏ ਜੀ? 10,000 ਦੇ ਵਿੱਚ ਕਿਹੜਾ ਗੁਜ਼ਾਰਾ ਹੁੰਦਾ ਅੱਜ ਦੀ ਤਰੀਕ 'ਚ? ਹੁਣ ਮੈਂ ਆਂਗਨਵਾੜੀ ਵਰਕਰਾਂ ਦੀ ਵਿਚਾਰੇ 9500 ਕਰੀ ਹੈ, ਉਹਨਾਂ ਦੀ ਹਰ ਮਹੀਨੇ ਹਰ ਸਾਲ 500 ਵਧੇ ਕਰਨੀ, ਲੇਕਿਨ ਇਹ ਜਾਇਜ਼ ਥੋੜ੍ਹੋ ਹੈ। ਆਸ਼ਾ ਵਰਕਰ ਹੈ, ਸਾਰਾ ਦਿਨ ਕੰਮ ਕਰਦੀਆਂ, ਕਿਸੇ ਮਰੀਜ਼ ਨੂੰ ਚੱਕੀ ਫਿਰਦੀਆਂ, ਕਿਸੇ ਟੀਕਾ ਲਾਉਂਦੇ, ਕਿਸੇ ਦੇ ਕੁਛ ਮਿਲਦਾ ਕੁਛ ਵੀ ਨਹੀਂ। ਹੁਣ ਉਹਨਾਂ ਦਾ 2500 ਰੁਪਈਆ ਫਿਕਸ ਭੱਤਾ ਨਾਲ ਕੀਤਾ ਹੈ। ਲੇਕਿਨ ਮੈਂ ਕਹਿੰਦਾ ਕਿ ਜਿਹਨੂੰ ਨੌਕਰੀ ਦੇਣੀ ਹੈ ਪੱਕੀ ਦਿਓ। ਇਹ ਠੇਕੇਦਾਰੀ ਸਿਸਟਮ ਬੰਦ ਕਰੋ। ਸੀਐਮ ਸਾਹਿਬ ਮੰਨ ਲਓ ਠੇਕੇਦਾਰ ਜ਼ਿਆਦਾ ਖਾ ਰਿਹਾ ਹੈ, ਮੁਲਾਜ਼ਮਾਂ ਨੂੰ ਘੱਟ ਮਿਲ ਰਿਹਾ ਹੈ। ਇਹ ਸਿਸਟਮ ਬੰਦ ਕਰਨਾ। ਪੱਲੇਦਾਰ ਹੈ, ਉਹਨਾਂ ਨੂੰ ਸਿੱਧੇ ਪੈਸੇ ਦੇ ਦਿਓ ਨਾ। ਟਰੱਕਾਂ ਦਾ ਗੱਲ ਹੈ, ਠੇਕੇਦਾਰ ਵਿੱਚ ਪਾਏ ਹੋਏ ਹੈ। ਹੁਣ ਮੈਂ 31 ਮਾਰਚ ਤੱਕ ਇਹ ਸਿਸਟਮ ਨੂੰ ਤੋੜ ਨਹੀਂ ਸੀ ਸਕਦਾ, ਕਿਉਂਕਿ ਫਿਕਸ ਹੋਇਆ ਹੋਇਆ ਹੈ, ਪਹਿਲਾਂ ਤੋਂ ਬਣਿਆ ਹੋਇਆ ਹੈ। ਲੇਕਿਨ ਇਹ ਪਰਮਾਤਮਾ ਨੇ ਫਿਰ ਕਾਂਗਰਸ ਨੂੰ ਮੌਕਾ ਦਿੱਤਾ ਤੇ ਇਹ ਸਿਸਟਮ ਚੱਕਣੇ ਹੈ। ਸੀਐਮ ਸਾਹਿਬ ਮੈਂ ਤੁਹਾਡੇ ਨਾਲ ਸਹਿਮਤ ਹਾਂ। ਖੁਸ਼ੀ ਵੀ ਹੋਈ, ਮੈਨੂੰ ਲੱਗਦਾ ਕਿ ਸੁਣਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਵੀ ਖੁਸ਼ੀ ਹੋ ਰਹੀ ਹੋਏਗੀ ਕਿ ਲੱਖ ਨੌਕਰੀ ਜੇ ਨੌਜਵਾਨਾਂ ਨੂੰ ਤੁਸੀਂ ਦਿਓਗੇ ਤਾਂ ਇਹ ਵੱਡੀ ਗੱਲ ਹੋਏਗੀ। ਪੰਜਾਬ ਦੇ ਵਿੱਚੋਂ ਜਿਹੜੇ ਸਾਡੇ ਨੌਜਵਾਨ ਜਿਹੜੇ ਮੂੰਹ ਵੱਟਦੇ ਜਾ ਰਹੇ ਆ, ਸ਼ਾਇਦ ਉਹ ਪੰਜਾਬ ਦੇ ਵਿੱਚ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਕਰਨ ਲਈ ਬਚ ਜਾਣ। ਪਰ ਦੂਜੀ ਗੱਲ ਸੀਐਮ ਸਾਹਿਬ, ਤੁਹਾਡੇ ਐਲਾਨ ਨਾਲ ਮੈਂ ਬਹੁਤ ਖੁਸ਼ ਹਾਂ। ਜਿਸ ਤਰ੍ਹਾਂ ਪਹਿਲਾਂ ਕਿ ਲੋਕ ਵੀ ਖੁਸ਼ ਹੋਣਗੇ, ਪਰ ਇਹ ਹੋਊਗਾ ਕਿਵੇਂ? ਪੰਜਾਬ ਜਿਹੜਾ ਕਿਸੇ ਵੇਲੇ ਅਮੀਰ ਸੂਬਾ ਮੰਨਿਆ ਜਾਂਦਾ ਸੀ, GDP ਨੰਬਰ 1 ਹੋਇਆ ਕਰਦੀ ਸੀ, ਉਸ 18ਵੇਂ ਨੰਬਰ ਤੇ ਬੈਠਾ ਜੀ। ਉਹ ਪੈਸੇ ਆਉਣਗੇ ਕਿੱਥੋਂ? ਪੰਜਾਬ ਦੇ ਵਿੱਚ 2 ਲੱਖ ਪੋਸਟ ਖਾਲੀ ਪਈ ਹੈ। ਤੁਸੀਂ ਕਹਿੰਦੇ ਨੌਕਰੀ ਕਿੱਥੇ ਦੇਣੀ ਹੈ? ਪੈਸੇ 1 ਲੱਖ ਨੌਕਰੀ ਤਾਂ ਹੁਣ ਚਾਹੇ ਅੱਜ ਐਲਾਨ ਕਰ ਦੋ, ਇਹ ਆਚਾਰ ਸੰਹਿਤਾ ਲੱਗ ਜਾਣੀ ਹੈ। ਐਲਾਨ ਕਰੀ ਵੀ 70,000 ਨੌਕਰੀ ਭਰਨੀ ਹੋਈ, ਕਿਉਂਕਿ ਕੋਈ ਕੋਰਟ ਚਲੇਗਾ, ਕੋਈ ਕਿਤੇ ਚਲੇਗਾ। ਨੌਕਰੀਆਂ ਹੈਗੀਆਂ, ਦੇਣੇ ਦੀ ਵਿਲ ਪਾਵਰ ਚਾਹੀਦੀ ਹੈ, ਉਹ ਅਸੀਂ ਦਵਾਂਗੇ। 2 ਲੱਖ ਨੌਕਰੀਆਂ ਤੁਸੀਂ ਕਹਿੰਦੇ ਵਾਲੇ ਖਾਲੀ ਪਈਆਂ। ਮੈਂ ਕਹਿੰਦਾ ਜੀ ਤੁਸੀਂ ਚੈੱਕ ਕਰਾ ਲਓ, ਬਾਕੀ ਕ੍ਰੀਏਟ ਕਰੋਗੇ। ਦੇਖੋ ਗੱਲ ਇਹ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਪੰਜਾਬ ਦੇ ਨੌਜਵਾਨ ਨੂੰ ਕਿਸੇ ਨਾ ਕਿਸੇ ਆਰੇ ਲਾਉਣਾ। ਸਰਕਾਰੀ ਨੌਕਰੀ ਦਿਓ, ਬਾਹਰ ਜਿਹੜਾ ਜਾਣਾ ਚਾਹੁੰਦਾ ਬਾਹਰ ਭੇਜੋ, ਜਿਹੜਾ ਬਾਹਰ ਪੜ੍ਹਨਾ ਚਾਹੁੰਦਾ ਉਹਨੂੰ ਬਾਹਰ ਪੜ੍ਹਾਓ, ਅੱਛੀ ਕੁਆਲਿਟੀ ਐਜੂਕੇਸ਼ਨ ਹੋਵੇ। ਇਹ ਪਾਲਿਸੀਆਂ ਬਣਾਉਣੀਆਂ ਪੈਣੀਆਂ। ਜਿਹੜੀ ਸਾਡੀ ਨੀਤੀ ਐਜੂਕੇਸ਼ਨ ਦੀ ਹੈ, ਇਹਨੂੰ ਸਭ ਤੋਂ ਬੜਾ ਸੁਧਾਰ ਇਹਦੇ ਵਿੱਚ ਲਿਆਉਣਾ। ਜੋ ਅੱਜ ਦੀ ਸਮੇਂ ਦੀ ਜ਼ਰੂਰਤ ਹੈ ਉਹ ਅਸੀਂ ਪੜ੍ਹਾਏ ਨਹੀਂ ਰਹੇ। ਜੋ ਇੰਡਸਟਰੀ ਨੂੰ ਚਾਹੀਦਾ ਹੈ, ਜੋ ਸਟਾਫ ਗਵਰਨਮੈਂਟ ਦੇ ਵਿੱਚ ਚਾਹੀਦਾ, ਉਹ ਤਰ੍ਹਾਂ ਦਾ ਸਟਾਫ ਤਿਆਰ ਨਹੀਂ ਹੋ ਰਿਹਾ। ਇਹ ਸਿਸਟਮ ਨੂੰ ਸੁਧਾਰਨਾ ਪਏਗਾ। ਸੀਐਮ ਸਾਹਿਬ ਪਰ ਗੱਲ ਉਹ ਆ ਗਈ ਜਿਹੜੀ ਪਹਿਲਾਂ ਕੀਤੀ, ਬਾਪੂ ਦੀ ਤਨਖਾਹ ਥੋੜੀ ਹੈ, ਬਟੂਏ 'ਚ ਪੈਸੇ ਥੋੜੇ ਆ, ਮੁੰਡਿਆਂ ਨੂੰ ਕੋਟ ਪੈਂਟ ਸਵਾ ਕੇ ਕਿੱਥੋਂ ਦੇਊ? ਮੈਂ ਵੀ ਤਾਂ ਇਹੀ ਕਹਿ ਰਿਹਾ। ਵਿਜ਼ਨ ਕਿੱਥੇ ਉਹਦੇ ਲਈ? ਤੁਹਾਡੇ ਕੋਲੇ ਕੋਈ ਹੈ? ਕੋਈ ਤੁਹਾਡੇ ਕੋਲੇ ਮੇਰੇ ਪਾਸ, ਸਾਡੇ ਪਾਸ ਪੂਰਾ ਚਾਰਟ ਆਊਟ ਪ੍ਰੋਗਰਾਮ ਹੈ ਹਰ ਡਿਪਾਰਟਮੈਂਟ ਦਾ, ਕਿਸ ਤਰ੍ਹਾਂ ਪੰਜਾਬ ਦੇ ਕੋਲ ਪੈਸਾ ਆਉਣਾ ਹੈ, ਕਿਸ ਤਰ੍ਹਾਂ ਲੱਗਣਾ ਹੈ, ਕਿਸ ਤਰ੍ਹਾਂ ਐਜੂਕੇਸ਼ਨ ਨੂੰ ਸੁਧਾਰ ਕਰਨਾ ਹੈ। ਕਿ ਮੈਨੂੰ ਪਤਾ ਹੈ ਕਿ ਪਿੰਡਾਂ ਦੇ ਵਿੱਚ ਮੁੰਡਾ 10ਵੀਂ ਦਾ ਕਰ ਲੈਂਦਾ ਹੈ, ਲੇਕਿਨ ਸਾਰੇ ਹੀ ਉੱਥੇ ਸਾਇੰਸ ਬਲੌਕ ਹੀ ਨਹੀਂ ਹੈ, ਉੱਥੇ ਮੈਡੀਕਲ ਬਲੌਕ ਹੀ ਨਹੀਂ ਹੈ। ਜਦ ਤੱਕ ਸਾਡੇ ਮੁੰਡੇ ਸਾਇੰਸ ਬਲੌਕ 'ਚ ਨਹੀਂ ਪੜ੍ਹਨਗੇ, ਜਦ ਤੱਕ ਉਹ ਮੈਡੀਕਲ ਨਹੀਂ ਕਰਨਗੇ 12ਵੀਂ ਤੱਕ, ਤਾਂ ਉਹ ਡਾਕਟਰ ਇੰਜੀਨੀਅਰ ਕਿੱਥੇ ਦੇ ਬਣਨੇ? ਸਾਡੇ ਤਾਂ ਵੀ ਡਰਾਈਵਰ ਔਰ ਉਹੀ ਬਣਨਗੇ ਪਿੰਡਾਂ 'ਚੋਂ ਤਾਂ, ਔਰ ਸ਼ਹਿਰਾਂ 'ਚੋਂ। ਮੇਰੇ ਹਲਕੇ ਦੇ ਜਾਂ ਪੰਜਾਬ ਦੇ 10-15 ਸਕੂਲਾਂ ਦੇ ਬਾਅਦ ਇੱਕ ਸਕੂਲ ਦੇ ਵਿੱਚ ਸਾਇੰਸ ਬਲੌਕ ਹੈ, ਇੱਕ ਦੇ ਵਿੱਚ ਮੈਡੀਕਲ ਬਲੌਕ ਹੈ, ਫਿਰ ਕਿੱਥੇ ਦੇ ਡਾਕਟਰ ਔਰ ਇੰਜੀਨੀਅਰ ਬਣਨੇ? ਇਹ ਸਿਸਟਮ ਸੁਧਾਰਨਾ ਪੈਣਾ ਹੈ, ਟਾਈਮ ਚਾਹੀਦਾ ਇਹਦੇ ਵਾਸਤੇ। ਲੇਕਿਨ ਅਜੇ ਤਾਂ ਮੈਂ ਉੱਪਰਲੀ ਜਿਹੜੀ ਉਹ ਹੈ ਨਾ, ਜਦ ਖੇਤ ਵਾਹੁੰਦੇ ਹੈ, ਪਹਿਲਾਂ ਸਿੰਜ ਕੇ ਉੱਪਰ ਹਲਾਈ ਜੀ ਇੱਕ ਮਤਲਬ ਸੁਹਾਗਾ ਜਿਹਾ ਫੇਰ ਕੇ ਘਾਹ ਫੂਸ ਜਿਹਾ ਚੱਕਿਆ ਹੈ, ਥੱਲੇ ਤਾਂ ਹੁਣ ਕੱਢਣੀ ਹੈ ਜ਼ਮੀਨ ਅਸਲੀ। ਮੇਰੇ ਪਾਸ ਵਿਜ਼ਨ ਹੈ। ਮੇਰੇ ਪਾਸ ਤੁਸੀਂ ਬਿਜਲੀ ਸਸਤੀ ਕਰਤੀ, ਪੈਟਰੋਲ ਡੀਜ਼ਲ ਤੇ ਘਟਾਤਾ, ਤੁਸੀਂ ਬਿਜਲੀ ਦੇ ਪੁਰਾਣੇ ਬਿੱਲ ਮਾਫ ਕਰਤੇ, ਤੁਸੀਂ ਪਾਣੀ ਦੇ ਬਿੱਲ ਮਾਫ ਕਰਤੇ, ਤੁਸੀਂ ਗਊਸ਼ਾਲਾ ਦੇ ਬਕਾਏ ਮਾਫ ਕਰਤੇ। ਮਤਲਬ ਰੋਜ਼ ਤੁਸੀਂ ਇੱਕ ਦੀ ਚੀਜ਼ ਆਉਣੇ ਵੀ ਅੱਜ ਆ ਵੀ ਮਾਫ, ਅੱਜ ਆ ਵੀ ਮੁਫਤ। ਤਾਂ ਇਹ ਜੇ ਸਾਰਾ ਕੁਝ ਮੁਫਤ ਜਾਂ ਮਾਫ ਜਦੋਂ ਸਾਰਾ ਕੁਝ ਮਿਲ ਰਿਹਾ ਸੀ, ਜੇ ਉਦੋਂ ਵੀ ਸਰਕਾਰ ਦਾਅਵਾ ਕਰਦੀ ਸੀ, ਦਵਾਈ ਦਿੰਦੀ ਸੀ ਕਿ ਖਜ਼ਾਨਾ ਖਾਲੀ, ਇਹ ਸਾਰਾ ਕੁਝ ਮਾਫ ਕਰਕੇ ਸਾਰਾ ਕੁਝ ਛੱਡ ਕੇ ਫਿਰ ਖਜ਼ਾਨੇ 'ਚ ਪੈਸੇ ਕਿੱਥੋਂ ਆਉਣਗੇ? ਕਰਜ਼ਾ ਪਹਿਲਾਂ ਸਿਰ ਤੇ ਬਥੇਰਾ ਪਿਆ। ਸਰਕਾਰ ਦੀ ਜ਼ਿੰਮੇਵਾਰੀ ਹੈ, ਇਹ ਵੈਲਫੇਅਰ ਸਟੇਟ ਹੈ। ਸਰਕਾਰ ਦੀ ਜ਼ਿੰਮੇਵਾਰੀ ਚੰਗੀ ਐਜੂਕੇਸ਼ਨ ਦੇਣਾ, ਸਰਕਾਰ ਦੀ ਜ਼ਿੰਮੇਵਾਰੀ ਚੰਗੀ ਸਿਹਤ ਸੇਵਾਵਾਂ ਦੇਣਾ। ਇਹ 2 ਮੇਨ ਮੁੱਦੇ ਹੈ। ਉਸ ਤੋਂ ਬਾਅਦ ਬਿਜਲੀ ਅੱਜ ਦੀ ਜ਼ਰੂਰਤ ਬਣ ਗਈ ਹੈ, ਪਾਣੀ ਸਾਡੀ ਕੁਦਰਤੀ ਜ਼ਰੂਰਤ ਹੈ। ਇਹ ਚੀਜ਼ਾਂ ਨੂੰ ਜੇ ਤੁਸੀਂ ਮਹਿੰਗੀਆਂ ਦਿਓਗੇ, ਅਗਲੇ ਦੇ ਪਾਸ ਇਨਕਮ ਹੈ ਨਹੀਂ,
ਤੁਸੀਂ ਟੈਕਸਾਂ ਦਾ ਬੋਝ ਪਾਈ ਜਾ ਰਹੇ ਹੋ, ਪਾਣੀ ਵੀ ਮਹਿੰਗਾ, ਬਿਜਲੀ ਵੀ ਮਹਿੰਗੀ, ਖਾਣਾ ਦਾਣਾ ਵੀ ਮਹਿੰਗਾ, ਲੈਣਾ ਕਿੱਥੇ ਤੇ ਉਹਨੇ? ਇਹ ਵੀ ਤਾਂ ਸਰਕਾਰ ਨੇ ਦੇਖਣਾ ਹੈ। ਇਕੱਲਾ ਸਰਕਾਰ ਦਾ ਕੰਮ ਟੈਕਸ ਇਕੱਠਾ ਕਰਨਾ ਨਹੀਂ ਹੈ, ਰੀਪੇ ਵੀ ਕਰਨਾ, ਉਹਨਾਂ ਨੂੰ ਲੋਕਾਂ ਨੂੰ ਵੰਡਣਾ ਵੀ ਹੈ, ਦੇਣਾ ਵੀ ਹੈ, ਲੋਕਾਂ ਦਾ ਜੀਵਨ ਪੱਧਰ ਉੱਚਾ ਕਰਨਾ ਹੈ, ਲੋਕਾਂ ਦੇ ਜੀਵਨ ਨੂੰ ਸੁਖਾਲਾ ਕਰਨਾ ਹੈ। ਤੁਸੀਂ ਬਿਜਲੀ ਦਾ ਬਿੱਲ ਦੇ ਕੇ ਘਰ ਦੇ ਪਾਸ ਬਚਦਾ ਹੀ ਕੁਝ ਨਹੀਂ ਹੈ, ਫਿਰ ਤੁਸੀਂ ਕਹਿ ਰਹੇ ਹੋ ਕਿ ਬਿਜਲੀ ਕਿਉਂ ਘੱਟ ਕਰੀ? ਇਸ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਸੀਐਮ ਸਾਹਿਬ। ਬਿਜਲੀ ਘੱਟ ਕਰਨ ਨਾਲ, ਰੇਟ ਸਸਤਾ ਕਰਨ ਨਾਲ ਬਹੁਤ ਲੋਕ ਖੁਸ਼ ਹੋਏ, ਕਿਉਂਕਿ ਹਰ ਘਰ ਨੂੰ ਤੁਸੀਂ ਹਿੱਟ ਕੀਤਾ, ਹਰ ਘਰ ਨੂੰ ਤੁਸੀਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਪਾਣੀ ਦੇ ਬਿੱਲ ਮਾਫ ਕਰਨ ਵਾਸਤੇ ਤੌਰ ਤੇ ਤੁਸੀਂ ਜੋੜਨ ਦੀ ਕੋਸ਼ਿਸ਼ ਕੀਤੀ। ਤੁਸੀਂ ਪੈਟਰੋਲ ਡੀਜ਼ਲ ਦੇ ਨਾਲ ਵੀ ਹੁਣ ਤਾਂ ਹਰ ਘਰ ਦੇ ਨਾਲ ਕਿਉਂਕਿ ਚੀਜ਼ਾਂ ਜੁੜਦੀਆਂ ਨੇ। ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਤੁਸੀਂ ਹਰ ਚੀਜ਼ ਕਿਸੇ ਨੂੰ, ਪਰ ਜਿਹੜੇ ਲੋਕ ਕਈ ਨੇ ਇਹਨਾਂ ਦੇ ਦੌਰਾਨ 90% ਖੁਸ਼ ਹੋ ਨੇ, 10% ਵਿੱਚ ਇਹਨਾਂ ਦੇ ਵੀ ਐਸੇ ਬੈਠੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਨਾ ਤਾਂ ਮੁਫਤ ਮੰਗਦੇ ਹਾਂ, ਨਾ ਅਸੀਂ ਕਹਿੰਦੇ ਆ ਕਿ ਸਾਨੂੰ ਕੁਝ ਮਾਫ ਕਰ ਦਿਓ। ਉਹ ਕਹਿੰਦੇ ਨੇ ਕਿ ਅਸਲ ਦੇ ਵਿੱਚ ਬੇਸਿਕ ਚੀਜ਼ਾਂ ਕੀ ਨੇ ਜਿਹੜੀਆਂ ਬੁਨਿਆਦੀ ਸਹੂਲਤਾਂ, ਸਿਹਤ ਤੇ ਸਿੱਖਿਆ। ਕੀ ਸੀਐਮ ਸਾਹਿਬ ਐਸਾ ਕੋਈ ਢਾਂਚਾ ਤਿਆਰ ਨਹੀਂ ਹੋ ਸਕਦਾ? ਪੈਸੇ ਲਓ ਤੁਸੀਂ ਲੋਕਾਂ ਤੋਂ, ਕੋਈ ਇਸ਼ੂ ਨਹੀਂ, ਪਰ ਸਿਹਤ ਆ ਜਿਹੜੀ, ਇੱਕ ਤਾਂ ਇਲਾਜ ਆ ਜਿਹੜਾ, ਉਹ ਬੇਫਿਕਰ ਹੋ ਕੇ ਲੋਕ ਰਹਿਣ ਵੀ ਸਾਨੂੰ ਕੁਝ ਹੋ ਗਿਆ, ਸਰਕਾਰ ਬੈਠੀ ਹੈ। ਦੂਜਾ ਸਿੱਖਿਆ, ਕਿ ਸਾਡੇ ਬੱਚੇ ਜੇ ਕੈਪੇਬਲ ਹੈ ਤਾਂ ਪੜ੍ਹ ਲਿਖ ਕੇ ਅਫਸਰ ਜ਼ਰੂਰ ਬਣ ਜਾਣਗੇ। ਅੱਧਿਆਂ ਦੇ ਤਾਂ ਪੜਾਉਂਦਿਆਂ ਦੇ ਹੱਥ ਖੜੇ ਹੋ ਜਾਂਦੇ ਆ ਜੀ। ਜੇ ਰੱਬ ਨਾ ਕਰੇ ਬਿਮਾਰ ਪੈ ਗਿਆ ਤਾਂ ਉਹ ਬਿਮਾਰੀ ਸਾਰਾ ਕੁਝ ਲੈ ਬੈਠਦੀ ਹੈ। ਕੋਈ ਇਦਾਂ ਦਾ ਤੁਹਾਡੇ ਜ਼ਿਹਨ ਦੇ ਵਿੱਚ ਤੁਹਾਡਾ ਵਿਜ਼ਨ ਹੈ ਕਿ ਯਾਰ ਇੱਕ ਦਿਨ ਮੈਂ ਇਹ ਜ਼ਰੂਰ ਕਰਨਾ, ਜੇ ਮੈਨੂੰ ਦੁਬਾਰਾ ਮੌਕਾ ਮਿਲ ਗਿਆ ਤਾਂ ਮੈਂ ਬਿਮਾਰ ਬੰਦਾ ਨਹੀਂ ਕੋਈ ਮਰਨ ਦੇਣਾ, ਸਿਹਤ ਸਹੂਲਤਾਂ ਵਿਦੇਸ਼ਾਂ ਵਰਗੀਆਂ ਕਰ ਦੂੰ, ਮੈਂ ਸਿੱਖਿਆ ਜਿਹੜੀ ਹੈ ਉਹ ਇੰਨੀ ਅੱਛੀ ਕਰ ਦੂੰ ਕਿ ਫ੍ਰੀ ਕਰ ਦੂੰ, ਬਾਕੀ ਚੀਜ਼ਾਂ ਭਲਾ ਪੈਸੇ ਲੈ ਲੂੰ। ਮੈਂ ਐਮਐਲਏ ਬਣਿਆ, ਸਭ ਤੋਂ ਪਹਿਲਾਂ ਮੰਤਰੀ ਬਣਿਆ, ਸਭ ਤੋਂ ਪਹਿਲਾਂ ਆਪਣਾ ਏਰੀਆ ਸਕਿੱਲ ਯੂਨੀਵਰਸਿਟੀ ਲੈ ਕੇ ਆਇਆ। ਕਿਉਂ ਲਿਆ? ਕਿਉਂਕਿ ਮੈਨੂੰ ਪਤਾ ਅੱਜ ਦੀ ਜ਼ਰੂਰਤ ਸਕਿੱਲ ਹੈ, ਸਕਿਲਡ ਕਰਨਾ ਬੱਚੇ ਨੂੰ। ਬਾਹਰ ਸਾਡਾ ਬੱਚਾ ਜਾਂਦਾ ਹੈ, ਉੱਥੇ ਰੁੜਦਾ ਰਹਿੰਦਾ, ਝਾੜੂ ਮਾਰਨ ਤੱਕ ਕਰਦਾ ਹੈ। ਜੇ ਇੱਥੋਂ ਸਕਿਲਡ ਕਰਕੇ ਭੇਜਾਂਗਾ ਤਾਂ ਵਧੀਆ ਵਧੀਆ ਟੌਪ ਦੀ ਨੌਕਰੀ ਮਿਲੇਗੀ। ਇੱਕ ਵਿਜ਼ਨ ਹੈ, ਅੱਛੀ ਐਜੂਕੇਸ਼ਨ ਦੇ ਵਿੱਚ ਸੁਧਾਰ, ਐਜੂਕੇਸ਼ਨ 'ਚ ਰਿਫਾਰਮਸ, ਇਸੇ ਤਰ੍ਹਾਂ ਹੈਲਥ ਸਿਸਟਮ ਦੇ ਵਿੱਚ ਰਿਫਾਰਮਸ ਲੈ ਕੇ ਆਉਣੇ। ਇਹ ਇੱਕ ਵਿਜ਼ਨ ਹੈ, ਇਹਨੂੰ ਸਹੀ ਤਰੀਕੇ ਦੇ ਨਾਲ ਕਰਨਾ ਹੈ, ਲੇਕਿਨ ਅੱਜ ਤੱਕ ਇਹ ਹੋ ਨਹੀਂ ਰਿਹਾ। ਇੱਕ ਦਿਨ ਆਏਗਾ ਜਦੋਂ ਅਸੀਂ ਵੀ ਵਿਦੇਸ਼ਾਂ ਦੀ ਉਦਾਹਰਨ ਦੇਣੀ ਬੰਦ ਕਰ ਦਿਆਂਗੇ। ਮੇਰੀ ਗੱਲ ਸੁਣੋ, ਮੈਂ ਆ ਜਿਹੜੇ ਚੌਂਕਾਂ ਪਰ ਖੜੇ ਆ ਇਹਨਾਂ ਨੂੰ ਸਿੱਧੇ ਕਰਿਆ ਹੈ। ਪਟਾਕੇ ਵੇਚਣ ਵਾਲਿਆਂ ਤੇ ਪੈਸੇ ਨਾ ਲਓ, ਹੈ ਤਾਂ ਛੋਟੀ ਜੀ ਗੱਲ ਹੈ ਕਿ ਦੀਵਾਲੀ ਨੂੰ ਬਾਹਰ ਪਟਾਕੇ ਲੱਗਦੇ ਆ, ਪੁਲਿਸ ਵਾਲੇ ਜਾ ਕੇ ਪੈਸੇ ਲੈਣ ਲੱਗ ਜਾਂਦੇ। ਪੁਲਿਸ ਵਾਲਿਆਂ ਪਰ ਵਿਸ਼ਵਾਸ ਹੀ ਨਹੀਂ ਰਿਹਾ ਵਾ, ਪੰਜਾਬ ਦੀ ਪੁਲਿਸ ਪਰ ਕਿਸੇ ਨੂੰ ਕਿਉਂ ਨਹੀਂ ਰਿਹਾ ਵਾ? ਕਿਉਂਕਿ ਉਹ ਪਟਾਕੇ ਵੇਚਣ ਤੱਕ ਦੇ ਹੀ ਪੈਸੇ ਲੈਂਦੇ ਆ। ਐਤਕੀ ਕਿਸੇ ਤੇ ਲਏ ਆ ਕਿਸੇ ਨੇ? ਟਾਈਮ ਜ਼ਰੂਰ ਲੱਗੇਗਾ, ਲੇਕਿਨ ਰਾਮ ਰਾਜ ਦੀ ਤਰ੍ਹਾਂ ਕੰਮ ਚੱਲੇਗਾ। ਇਸ ਤਰ੍ਹਾਂ ਨਹੀਂ ਚੱਲੇਗਾ ਕਿ ਜਿਹਦੀ ਲਾਠੀ ਉਹਦੀ ਭੈਂਸ। ਨਸ਼ੇ ਹੈ, ਇਹਨਾਂ ਨੂੰ ਬੰਦ ਕਰ ਰਿਹਾ। ਹੁਣ ਜੇ ਤੁਸੀਂ ਮਗਰਮੱਛਾਂ ਨੂੰ ਹੱਥ ਨਹੀਂ ਪਾਓਗੇ ਤਾਂ ਗਰੀਬ ਆਦਮੀਆਂ ਨੂੰ ਕੁੱਟੋ ਜਾਓਗੇ। ਇਹ ਕਿਹੜਾ ਤਰੀਕਾ ਹੈ? ਉੱਪਰ ਤੇ ਹੱਥ ਪਾਇਆ ਹੈ, ਥੱਲੇ ਵਾਲੇ ਆਪਣੇ ਆਪ ਸਿੱਧੇ ਹੋਣ ਲੱਗ ਗਏ। ਕੀ ਭਾਵ ਆ ਤੁਹਾਡਾ ਉੱਪਰ ਤੇ ਹੱਥ ਦਾ? ਮਜੀਠੀਏ ਪਰ ਪਰਚਾ ਨਹੀਂ ਕੀਤਾ, ਉਹ ਤਾਂ ਕਹਿੰਦੇ ਝੂਠਾ ਪਰਚਾ ਦਿੱਤਾ ਤੁਸੀਂ। ਫਿਰ ਹਾਈ ਕੋਰਟ ਦੇ ਜ਼ਮਾਨਤ ਕਿਉਂ ਨਾ ਮਿਲ ਗਈ? ਡਿਸਟ੍ਰਿਕਟ ਕੋਰਟ ਦੇ ਜ਼ਮਾਨਤ ਕਿਉਂ ਨਾ ਮਿਲ ਗਈ ਜੇ ਝੂਠਾ ਪਰਚਾ ਹੈ? ਕਿਉਂ ਪਹਿਲੇ ਦਿਨੇ ਜੱਜ ਭਗਾ ਕੇ ਮਾਰਦਾ? ਚਲੋ ਪਰ ਤੁਸੀਂ ਬੰਦੇ ਨੂੰ ਤੰਗ ਕਰ ਰਹੇ ਹੋ ਪੋਲੀਟੀਕਲੀ। ਥੱਲੇ ਵਾਲੇ ਜੱਜ ਨੇ ਜ਼ਮਾਨਤ ਨਹੀਂ ਦਿੱਤੀ, ਅੱਜ ਉੱਪਰ ਵਾਲੇ ਨੇ ਵੀ ਨਾ ਕਰਤੀ। ਹਾਈ ਕੋਰਟ ਜਿਹੜੇ ਵਿਚਾਰ ਦੀ ਅਜੇ ਚੱਲ ਰਿਹਾ ਤਰੀਕਾ। ਯਾਰ ਵਿਚਾਰ ਪਹਿਲੇ ਦਿਨ ਸਾਨੂੰ ਠੋਕ ਦੇਣਾ ਤਾਂ ਫੜ ਕੇ ਸਾਡੇ ਅਫਸਰਾਂ ਨੂੰ, ਜੇ ਗਲਤ ਹੁੰਦਾ ਪਰਚਾ। ਜ਼ਮਾਨਤਾਂ ਤਾਂ ਕਿਸੇ ਤਰ੍ਹਾਂ ਵੀ ਕੋਈ ਵੀ ਲੈ ਸਕਦਾ ਹੈ, ਲੇਕਿਨ ਹਾਈ ਕੋਰਟ ਨੇ ਸਾਡੇ ਗੱਲ ਨੂੰ ਆਨਰ ਕੀਤਾ ਹੈ। ਪਰ ਅਕਾਲੀ ਦਲ ਕਹਿੰਦਾ ਹੈ ਕਿ ਵਿਕਰਮ ਮਜੀਠੀਆ ਨੂੰ ਫਸਾਉਣ ਵਾਸਤੇ, ਪਰਚਾ ਦਵਾਉਣ ਵਾਸਤੇ ਤੁਸੀਂ ਸਪੈਸ਼ਲ ਡੀਜੀ ਲਾਇਆ ਉਹਨੇ ਦਿਨਾਂ ਵਾਸਤੇ। ਐਸੀ ਕੋਈ ਨਵਾਂ ਪਰਚਾ ਨਹੀਂ ਤਿਆਰ ਕੀਤਾ। ਇਹਨਾਂ ਦੇ ਆਪਣੇ ਟਾਈਮ ਦਾ ਕੇਸ ਚੱਲ ਰਿਹਾ ਹੈ, ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦਾ ਕੇਸ ਚੱਲ ਰਿਹਾ ਹੈ। ਹਾਈ ਕੋਰਟ ਦੇ ਆਰਡਰ ਹੈ ਕਿ ਐਸਟੀਐਫ ਨੂੰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਸਾਨੂੰ ਰਿਪੋਰਟ ਦਿਓ। ਉਹਨਾਂ ਨੇ ਸਿੱਧੀ ਹਾਈ ਕੋਰਟ ਦੇ ਵਿੱਚ, ਮੇਰੀ ਸਰਕਾਰ ਦੇ ਟਾਈਮ ਨਹੀਂ, ਸਾਡੀ ਸਰਕਾਰ ਦੇ ਟਾਈਮ ਨਹੀਂ, ਬਾਦਲਾਂ ਤੇ ਕੈਪਟਨ ਦੀ ਟਾਈਮ ਦੇ ਗੱਲ ਹੈ, ਜਦ ਇਹਨਾਂ ਦਾ ਪੌਣੇ 5 ਸਾਲ ਜੇ ਕਹਿੰਦੇ ਗੁਨਾਹ ਸੀ ਤਾਂ ਪੌਣੇ 5 ਸਾਲ ਨਹੀਂ ਪਰਚਾ ਹੋ ਗਿਆ। ਉਹ ਕਹਿੰਦੇ ਤੁਸੀਂ ਵਨੇਟਾ ਪੋਲਿਟਿਕਸ ਯਾਰ ਹੁਣ ਫਿਰ ਇੱਕ ਤਾਂ ਉਹਨੂੰ ਤਾਰਿਆ ਕਿਉਂ ਹੈ? ਇਹ ਜੇ ਮਿਲੇ ਹੋਏ ਸੀ ਤਾਂ ਹੀ ਤਾਰਿਆ ਹੈ। ਗੱਲ ਮੈਂ ਪਰਚਾ ਕੀਤਾ ਹੋਵੇ ਤਾਂ ਕਹੋ ਤੁਸੀਂ। ਹਾਈ ਕੋਰਟ ਦੇ ਆਦੇਸ਼ਾਂ ਦੇ ਪਰਚਾ ਹੋਇਆ, ਹਾਈ ਕੋਰਟ ਦੇ ਵਿੱਚ ਐਸਟੀਐਫ ਦੀ ਰਿਪੋਰਟ ਪੇਸ਼ ਹੋਈ, ਮੈਂ ਸਾਰੀ ਐਸਟੀਐਫ ਦੀ ਰਿਪੋਰਟ ਨੂੰ ਚੱਕ ਕੇ ਪਰਚਾ ਬਣਾ ਕੇ ਦੇਤਾ। ਗਲਤ ਕਿਆ ਕਰਿਆ? ਜੋ ਹਾਈ ਕੋਰਟ ਨੇ ਸਾਨੂੰ ਕਿਹਾ ਅਸੀਂ ਕਰਤਾ। ਇਹ ਲੋਕ ਰੋਮ ਇਹਨਾਂ ਦਾ ਇਨਵੋਲਵ ਹੈ ਇਹਨਾਂ ਚੀਜ਼ਾਂ ਦੇ ਵਿੱਚ। ਮੈਂ ਇਹੀ ਤਾਂ ਕਿਹਾ ਸੀ ਕੈਬਨਿਟ ਦੇ ਵਿੱਚ, ਇਹ ਛੱਡ ਕੇ ਭੱਜ ਗਏ ਉਹਦੇ ਵਿੱਚ, ਵਿਧਾਨ ਸਭਾ ਦੇ ਵਿੱਚ। ਮੈਂ ਕਿਹਾ ਤੁਹਾਡਾ ਰੋਮ ਕਿਸੇ ਨਾ ਕਿਸੇ
ਗੱਲ ਦੇ ਨਾਲ ਲਿਬੜਿਆ ਹੋਇਆ, ਗੰਦਾ ਹੋਇਆ ਗੰਦ ਦੇ ਨਾਲ ਲਿਬੜਿਆ ਹੋਇਆ। ਤੁਸੀਂ ਕਰਪਸ਼ਨ ਕਰੀ ਹੈ, ਤੁਸੀਂ ਗਲਤ ਕੰਮ ਕਰੇ, ਤੁਸੀਂ ਬੁਰਸ਼ਾਗਰਦੀ ਕਰੀ, ਤੁਸੀਂ ਨਸ਼ੇ ਵੇਚੇ ਪੰਜਾਬ ਦੇ ਵਿੱਚ। ਪਰ ਸੀਐਮ ਸਾਹਿਬ ਕਰਪਸ਼ਨ ਦਾ ਕੋਈ ਕੇਸ ਤਾਂ ਮੈਨੂੰ ਲੱਗਦਾ ਹੈ ਤੁਹਾਡੀ ਇਸ ਟਰਮ ਦੇ ਵਿੱਚ ਨਹੀਂ ਹੋਇਆ। ਵੀਰ ਜੀ ਡਰੱਗਸ ਵਾਲਾ ਉਹ ਕਹਿੰਦੇ ਝੂਠਾ। ਵੀਰ ਜੀ ਗੱਲ ਸੁਣੋ, ਆ ਹੁਣ ਮੈਂ ਐਕਸ਼ਨ ਕਿਹਾ, ਈਓ ਕਿਹਾ, ਤਹਿਸੀਲਦਾਰ ਕਿਹਾ, ਫੜ ਕੇ ਅੰਦਰ ਦਿੱਤੇ ਹੈ। ਇਹ ਕਰਪਸ਼ਨ ਰੋਕਣ ਵਾਸਤੇ ਹੀ ਦਿੱਤੇ ਹੈ। ਟਾਈਮ ਮੇਰੇ ਪਾਸ ਥੋੜਾ, ਚੱਕ ਕੇ ਤਹਿਸੀਲਦਾਰਾਂ ਨੇ ਹੜਤਾਲ ਕਰਤੀ। ਮੈਂ ਕਿਹਾ ਕੋਈ ਗੱਲ ਨਹੀਂ, ਟਾਈਮ ਕੱਢ ਲਓ। ਇੱਕ ਹੋਰ ਅਕਾਲੀ ਦਲ ਨੇ ਤੁਹਾਡੇ ਤੇ ਇਲਜ਼ਾਮ ਲਾਤਾ, ਉਹ ਆਂਦੇ ਵੀ ਅਜੇ ਪਿਛਲਾ ਪਰਚਾ ਪਹਿਲਾਂ ਝੂਠਾ ਹੈ, ਨਿਬੜਿਆ ਨਹੀਂ, ਇੱਕ ਨਵਾਂ ਪਰਚਾ ਦੇਣ ਦੀ ਕਹਿੰਦੇ ਤਿਆਰੀ ਹੈ। ਕਹਿੰਦੇ ਅੰਮ੍ਰਿਤਸਰ ਵਿਜੀਲੈਂਸ ਦੇ ਐਸਐਸਪੀ ਨੂੰ ਡਾਇਰੈਕਸ਼ਨ ਦਿੱਤੀ ਗਈ ਵੀ ਮਜੀਠੀਆ ਤੇ ਇੱਕ ਹੋਰ ਪਰਚਾ ਦਿਓ। ਦੇਖੋ, ਸਾਡਾ ਕੋਈ ਕਿਸੇ ਦੇ ਪ੍ਰਤੀ ਮੰਦੀ ਭਾਵਨਾ ਨਹੀਂ ਹੈ। ਐਜ਼ ਏ ਮੈਨ ਮੈਂ ਕਿਸੇ ਦੇ ਨਾਲ ਲੜਾਈ ਲੈ ਕੇ ਨਹੀਂ ਹੈ। ਜਿਹਨੇ ਕ੍ਰਾਈਮ ਕੀਤਾ ਹੈ, ਜਿਹੜਾ ਗਲਤ ਕਰਦਾ ਹੈ, ਉਹਨਾਂ ਨੇ ਭੁਗਤਣਾ ਹੈ। ਮਾਮਾ ਦੇ ਪੁੱਤਰ ਗਲ ਗਏ ਹੈ, ਪੰਜਾਬ ਦੀ ਜਵਾਨੀ ਗਾਲੀ ਹੈ ਇਹਨਾਂ ਨੇ। ਪੰਜਾਬ ਨੂੰ ਉੜਤਾ ਪੰਜਾਬ ਤੱਕ ਦਾ ਖਿਤਾਬ ਮਿਲ ਗਿਆ। ਉਹਦੇ ਲਈ ਜ਼ਿੰਮੇਵਾਰ ਕੌਣ ਹੈ? ਮੈਂ ਕਿਉਂ ਨਾ ਉਹਨਾਂ ਬੰਦਿਆਂ ਨੂੰ ਫੜਾਂ। ਮੇਰੇ ਇਲਾਕੇ ਦੇ ਮੁੰਡੇ ਕਿੰਨੇ ਹੀ ਜ਼ਿਆਦਾ ਡੋਜ਼ ਦੇ ਨਾਲ ਮਰ ਗਏ। ਔਰ ਮੇਰਾ ਪਿੰਡ ਹੈ ਗੱਗੋਂ, ਉੱਥੋਂ ਦਾ ਮੁੰਡਾ ਮਰਿਆ ਹੈ। ਮੇਰਾ ਪਿੰਡ ਹੈ ਸੋਲਖੀਆਂ, ਉੱਥੋਂ ਦਾ ਮੁੰਡਾ ਮਰਿਆ ਹੈ। ਯਾਰ ਇਹਨਾਂ ਦਾ ਹਿਸਾਬ ਕਿਤਾਬ ਕੌਣ ਦੇਗਾ? ਪਰ ਨਵਜੋਤ ਸਿੰਘ ਸਿੱਧੂ ਤੁਹਾਡੇ ਪ੍ਰਧਾਨ ਨੇ, ਨਵਜੋਤ ਸਿੰਘ ਸਿੱਧੂ ਕਹਿੰਦੇ ਪਰਚਾ ਤਾਂ ਦੇਤਾ, ਕਹਿੰਦੇ ਪਰਚਾ ਤਾਂ ਕੋਈ ਵੀ ਦੇ ਦਿੰਦਾ, ਫੜ ਕੇ ਲਿਆਉਣਾ ਹੋਵੇ ਤਾਂ ਕਹਿੰਦੇ ਇੱਕ ਇੰਸਪੈਕਟਰ ਫੜ ਕੇ ਅੰਦਰ ਦੇ ਦਿੰਦਾ। ਕਹਿੰਦੇ ਇਹ ਤਾਂ ਫੜ ਕੇ ਤਾਂ ਅੰਦਰ ਦਿੱਤਾ ਨਹੀਂ ਗਿਆ, ਸਿੱਟ ਬਣਾਤੀ, ਕਹਿੰਦੇ ਦੁਬਾਰਾ ਸਿੱਟ ਦੀ ਕੀ ਲੋੜ ਸੀ? ਤੁਹਾਡੇ ਦੇਖੋ ਪ੍ਰਧਾਨ ਮੇਰੀ ਸਾਹਿਬ ਗੱਲ ਚੱਲਦੇ ਸੁਣੋ, ਸ਼ਹੀਦ ਊਧਮ ਸਿੰਘ ਨੇ ਕਿਹਾ ਕਿ ਸੇਵਾ ਦੇਸ਼ ਤੇ ਕੌਮ ਦੀ ਬੜੀ ਔਖੀ, ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਨੇ। ਜਿਨ੍ਹਾਂ ਇਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਘਾਲੀਆਂ ਨੇ। ਇਹ ਪਰਚੇ ਪੁਰਚੇ ਦੇਣੇ ਐਵੇਂ ਹੀ ਨਹੀਂ ਹੈ। ਪਤਾ ਨਹੀਂ ਕਿੰਨਿਆਂ ਦੀਆਂ ਲੱਤਾਂ ਲੜ ਖੜਾ ਗਈਆਂ, ਕਿੰਨੇ ਅਫਸਰ ਜਵਾਬ ਦੇ ਜਾਂਦੇ ਆ, ਕੋਈ ਖੜਦਾ ਨਹੀਂ ਹੈ ਨਾਲ। ਲੇਕਿਨ ਸੱਚਾਈ ਪਰ ਖੜਨਾ ਹੈ, ਈਮਾਨਦਾਰੀ ਨਾਲ ਕੰਮ ਕਰਨਾ ਹੈ ਔਰ ਤਕੜੇ ਹੋ ਕੇ ਕਰਨਾ ਹੈ। ਬਿਨਾ ਪਰਚਾ ਦੇ ਤੇ ਕਿਹਨੂੰ ਤੁਸੀਂ ਅੰਦਰ ਦੇ ਦੋਗੇ? ਤੁਹਾਡੇ ਤੇ ਤੁਹਾਡੇ ਗ੍ਰਹਿ ਮੰਤਰੀ ਸੁਖਿੰਦਰ ਰੰਧਾਵਾ ਮੈਂ ਇਹ ਕਹਿਣਾ ਚਾਹੁੰਦਾ ਹਾਂ, ਉਹ ਆਂਦੇ ਕਿ ਜੇ ਮੈਂ ਗ੍ਰਹਿ ਮੰਤਰੀ ਹੁੰਦਾ ਨਾ 4 ਦਿਨਾਂ ਚ ਕਾਲੀਆਂ ਨੂੰ ਅੰਦਰ ਦੇ ਦਿੰਦਾ। ਮੈਂ ਕਹਿਣਾ ਨਵਜੋਤ ਜੀ, ਸਿੱਧੂ ਕਹਿੰਦੇ ਮੈਂ ਇਹ ਕਹਿ ਰਿਹਾ ਕਿ ਬਿਨਾ ਪਰਚੇ ਦੇ ਅੰਦਰ ਦੇ ਦਿੰਦਾ ਕੋਈ? ਪਰਚਾ ਤਾਂ ਕਰਨਾ ਹੀ ਪੈਣਾ ਸੀ ਕਿਸੇ ਕੰਮ ਦਾ ਵੀ। ਤੁਸੀਂ ਇਹਦਾ ਮਤਲਬ ਤੁਹਾਡੀ ਨੀਤ ਤੇ ਸਵਾਲ ਚੁੱਕ ਰਹੇ ਜੀ ਤੁਹਾਡੇ ਪ੍ਰਧਾਨ। ਮੇਰੀ ਨੀਤ ਤੇ ਸਵਾਲ ਨਹੀਂ ਚੁੱਕ ਰਹੇ, ਉਹਦੀ ਆਪਣੀ ਫਿਤਰ ਹੈ ਤਾਂ ਉਹ ਆਪਣੀ ਫਿਤਰਤ ਦੇ ਅਨੁਸਾਰ ਗੱਲ ਕਰਦੇ। ਮੇਰੀ ਨੀਤ ਤੇ ਕੋਈ ਸਵਾਲ ਚੁੱਕਣ ਵਾਲੀ ਗੱਲ ਇਹਦੇ 'ਚ ਨਹੀਂ ਹੈ। ਲੇਕਿਨ ਮੈਂ ਮੁੱਖ ਮੰਤਰੀ ਹੈ, ਸੁਖੀ ਰੰਧਾਵਾ ਹੋਮ ਮਿਨਿਸਟਰ ਹੈ, ਅਸੀਂ ਰਲ ਕੇ ਕਰਦੇ ਹਾਂ। ਜੋ ਕਰਦੇ ਹਾਂ ਉਹ ਸੱਚਾਈ ਪਰ ਕਰਦੇ ਹਾਂ। ਪਹਿਲਾਂ ਆਪਣੀ ਆਤਮਾ ਨੂੰ ਪੁੱਛਦੇ ਹਾਂ ਵੀ ਤੂੰ ਸਹੀ ਕਰ ਰਿਹਾ, ਫਿਰ ਸਹੀ ਰਸਤੇ ਪਰ ਤੁਰਦੇ ਹਾਂ। ਜਦ ਸਾਡੀ ਆਤਮਾ ਨੂੰ ਇਹ ਪਤਾ ਲੱਗ ਗਿਆ ਕਿ ਇਹ ਬੰਦੇ ਟੋਟਲੀ ਇਨਵੋਲਵਡ ਹੈ, ਜਦ ਅਸੀਂ FIR ਕੀਤੀ ਹੈ। ਨਹੀਂ ਅਸੀਂ ਕਰਦੇ ਨਹੀਂ ਸੀ। ਸੀਐਮ ਸਾਹਿਬ ਐਂ ਕਿਉਂ ਹੋ ਰਿਹਾ? ਇਹ ਤੁਹਾਡਾ ਅੰਦਰੂਨੀ ਕਲੇਸ਼ ਨਿਬੜੂਗਾ ਕਦੇ ਕਿ ਨਹੀਂ ਨਿਬੜਦਾ? ਦੇਖੋ, ਇਹ ਲੀਡਰ ਦੀ ਵਿਲ ਪਾਵਰ ਹੁੰਦੀ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਸੀ, ਚਾਹੇ ਬਰਗਾੜੀ ਕੇਸ ਹੈ, ਚਾਹੇ ਨਸ਼ਿਆਂ ਦੇ ਹੈ, ਜਦ ਤੱਕ ਮੁੱਖ ਮੰਤਰੀ ਨਾ ਚਾਹੇ ਕੁਝ ਨਹੀਂ ਹੁੰਦਾ। ਇਹੀ ਮੁੱਖ ਮੰਤਰੀ ਦੀ ਕੁਰਸੀ ਸੀ, ਨਸ਼ਿਆਂ ਵੱਲੋਂ ਤੁਰਿਆ ਨਹੀਂ ਕੋਈ, ਬਰਗਾੜੀ ਦਾ ਕੁਝ ਨਹੀਂ ਹੋਇਆ। ਇਹੀ ਮੁੱਖ ਮੰਤਰੀ ਦੀ ਕੁਰਸੀ ਅੱਜ ਨਸ਼ਿਆਂ ਵੱਲੋਂ ਤੁਰ ਪਏ, ਪਰਚੇ ਹੋ ਗਏ ਹੈ, ਭੱਜੇ ਹੋਏ ਆ ਲੋਕ। ਇਹੀ ਮੁੱਖ ਮੰਤਰੀ ਦੀ ਕੁਰਸੀ ਹੈ, 164 ਦੇ ਬਿਆਨ ਹੋ ਗਏ ਬਰਗਾੜੀ ਦੇ ਵਿੱਚ। ਬਾਬੇ ਦਾ ਕਸਟੋਡੀਅਨ ਇੰਟਰੋਗੇਸ਼ਨ ਅਸੀਂ ਮੰਗ ਰਹੇ, ਬਰਗਾੜੀ ਦਾ ਮਸਲਾ ਹੱਲ ਕਰ ਰਹੇ। ਕਿਉਂ ਨਹੀਂ ਕਰਾਂਗੇ ਬਈ? ਪਰ ਤੁਹਾਡਾ ਬਾਜੂ ਦੱਸਦੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਮੇਰੀ ਚਿੰਤਾ ਪੰਜਾਬ ਨੂੰ ਲੈ ਕੇ ਆ। ਫਿਰ ਇਹਦਾ ਮਤਲਬ ਤੁਹਾਡੀ ਚਿੰਤਾ ਪੰਜਾਬ ਨੂੰ ਲੈ ਕੇ ਹੈ ਨਹੀਂ ਜੀ? ਸ਼ਾਇਦ ਤਾਂ ਹੀ ਤੁਹਾਡਾ ਆਪਸ ਚ ਰੌਲਾ ਜਿਹੜਾ ਲਗਾਤਾਰ ਉਹ ਰੋਜ਼ ਤੁਹਾਡੇ ਦੇ ਸਵਾਲ। ਮੇਰਾ ਕਿਸੇ ਨਾਲ ਕੋਈ ਰੌਲਾ ਨਹੀਂ, ਮੇਰੀ ਕਿਸੇ ਨਾਲ ਕੋਈ ਵੱਟ ਸਾਂਝ ਨਹੀਂ। ਤੁਸੀਂ ਪੰਜਾਬ ਲਈ ਕੰਮ ਕਰ ਰਹੇ ਹੋ? ਮੇਰੇ ਪਾਸ ਖੇਤ ਹੀ ਨਹੀਂ ਹੈ, ਮੇਰੀ ਵੱਟ ਸਾਂਝੀ ਕਿਆ ਹੋਣੀ ਹੈ? ਮੇਰੇ ਪਾਸ 1 ਕਿੱਲਾ ਜ਼ਮੀਨ ਨਹੀਂ ਹੈ ਪੰਜਾਬ ਦੇ ਵਿੱਚ। ਤੁਹਾਨੂੰ ਵੈਸੇ ਪੰਜਾਬ ਦੀ ਚਿੰਤਾ ਹੈ? ਬਿਨਾਂ ਚਿੰਤਾ ਤੇ ਕੌਣ ਰਿਹਾ ਇੱਥੇ? ਸਿੱਧੂ ਸਾਹਿਬ ਕਹਿੰਦੇ ਮੈਨੂੰ ਚਿੰਤਾ, ਫਿਰ ਇਹ ਦੋਨੇ ਚ ਚਿੰਤਾ ਕਰਦੇ। ਮੈਂ ਕਹਿੰਦਾ ਸਾਰੇ ਪੰਜਾਬੀਆਂ ਨੂੰ ਪੰਜਾਬ ਦੀ ਚਿੰਤਾ ਹੋਣੀ ਚਾਹੀਦੀ ਹੈ, ਇਕੱਲੇ ਦੋ ਨੂੰ ਨਹੀਂ। ਇਕੱਲੇ ਸਿੱਧੂ ਔਰ ਮੈਨੂੰ ਕਿਉਂ ਹੋਵੇ, ਸਭ ਨੂੰ ਹੋਵੇ। ਸਾਰੇ ਜਣੇ ਪੰਜਾਬ ਵਾਸਤੇ ਕੰਮ ਕਰੋ ਤਕੜੇ ਹੋ ਕੇ, ਲੇਕਿਨ ਸੱਚੇ ਮਨ ਦੇ ਨਾਲ ਕਰੋ, ਨੇਕ ਨੀਤੀ ਦੇ ਨਾਲ ਕਰੋ, ਇਮਾਨਦਾਰੀ ਦੇ ਨਾਲ ਕਰੋ। ਸੀਐਮ ਸਾਹਿਬ ਤੁਹਾਨੂੰ ਨਹੀਂ ਲੱਗਦਾ ਕਦੇ ਕਦੇ ਵੀ ਜਦੋਂ ਤੁਹਾਨੂੰ ਸੀਐਮ ਬਣਾਇਆ ਇੱਕ ਵੇਲੇ ਮਾਹੌਲ ਪੂਰਾ ਬਦਲ ਗਿਆ ਕਾਂਗਰਸ ਦਾ? ਹਰ ਪਾਸੇ ਚੰਨੀ ਚੰਨੀ ਹੋ ਗਈ ਵੀ ਤੁਸੀਂ ਵੀ ਕਿਹਾ ਕਿ ਮੈਨੂੰ ਚੰਨੀ ਹੀ ਕਹੋ ਤਾਂ ਮੈਨੂੰ ਵਧੀਆ ਲੱਗਦਾ, ਮੈਂ ਇਸੇ 'ਚ ਖੁਸ਼ ਹਾਂ। ਹਰ ਪਾਸੇ ਚੰਨੀ ਕਰਦਾ ਮਸਲੇ ਹੱਲ, ਕਰ ਚੱਲੀ ਗੱਲ, ਇਸ ਤਰ੍ਹਾਂ ਦੀਆਂ ਗੱਲਾਂ। ਤੁਹਾਨੂੰ ਵੀ ਲੱਗਿਆ ਹੋਊਗਾ ਕਿ ਅੱਜ ਚਰਨਜੀਤ ਸਿੰਘ ਚੰਨੀ ਬੱਚੇ ਤੱਕ ਪਹੁੰਚ ਗਿਆ। ਕਦੇ ਕਦੇ ਜ਼ਿਹਨ ਦੇ ਵਿੱਚ ਐ ਨਹੀਂ ਆਉਂਦਾ ਵੀ ਜੇ ਐਡੇ ਵੱਡੇ ਪਰਿਵਰਤਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਦੇ ਇਸ ਰਵੱਈਏ ਤੋਂ
ਥੋੜਾ ਜਿਹਾ ਪਿੱਛੇ ਹਟਦੇ। ਇਸ ਤਰ੍ਹਾਂ ਲਗਾਤਾਰ ਜਿਹੜੇ ਉਹ ਸਵਾਲ ਚੁੱਕ ਰਹੇ ਨੇ, ਲਗਾਤਾਰ ਉਹਨਾਂ ਦੇ ਆਪਦੀ ਸਰਕਾਰ, ਚਾਹੇ ਉਹ ਕੈਪਟਨ ਸਰਕਾਰ ਸੀ ਤੇ ਚਾਹੇ ਮੇਰੇ ਸਾਹਮਣੇ ਬੈਠੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਹੋਵੇ, ਉਹ ਸਵਾਲ ਚੁੱਕਦੇ ਆਏ ਨੇ। ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਹਾਲਾਤਾਂ ਦੇ ਚੱਲਦਿਆਂ ਕਿਤੇ ਨਾ ਕਿਤੇ ਤੁਸੀਂ ਰਿਪੀਟ ਦੇ ਹਾਲਾਤਾਂ 'ਚ ਤੁਹਾਨੂੰ ਲੱਗਦਾ ਹੋਣਾ ਕਿ ਸੀ ਅੱਜ ਹਾਲਾਤ ਕੋਈ ਬਹੁਤੇ ਵਧੀਆ ਨਜ਼ਰ ਨਹੀਂ ਆ ਰਹੇ? ਦੇਖੋ, ਲੋਕ ਜੇ ਚੰਨੀ ਚੰਨੀ ਕਰਦੇ ਆ ਤਾਂ ਇਸ ਕਰਕੇ ਕਰਦੇ ਆ ਕਿ ਚੰਨੀ ਉਹਨਾਂ ਦੇ ਵਿੱਚ ਦਾ ਹੈ, ਚੰਨੀ ਉਹਨਾਂ ਵਰਗਾ ਹੈ, ਚੰਨੀ ਉਹਨਾਂ ਨਾਲ ਬੈਠ ਜਾਂਦਾ ਹੈ, ਚੰਨੀ ਉਹਨਾਂ ਨਾਲ ਖੜ ਜਾਂਦਾ ਹੈ। ਪਰ ਇਹ ਕਲੇਸ਼ ਦੀ ਢਾਲ ਨਹੀਂ ਲੱਗ ਰਹੀ? ਪਹਿਲਾਂ ਦਰਵਾਜ਼ੇ ਹੀ ਖੁੱਲ੍ਹਦੇ ਨਹੀਂ ਸੀ। ਪਹਿਲਾਂ ਲੋਕ ਪੁੱਛਦੇ ਸੀ ਮੁੱਖ ਮੰਤਰੀ ਜਾਗਦਾ ਕਿੰਨੇ ਵਜੇ ਆ, ਹੁਣ ਪੁੱਛਦੇ ਸੌਂਦਾ ਕਦ ਹੈ। ਜਦ ਮੈਂ ਬਣਿਆ, ਜਦ ਕਹਿੰਦੇ ਸੀ ਇਹਨੇ ਕੀ ਕਰਨਾ ਹੈ, ਹੁਣ ਇਹ ਪੁੱਛਦੇ ਇਹਦਾ ਕੀ ਕਰੀਏ। ਇਹ ਕੋਈ ਬੜੀ ਚੀਜ਼ ਨਹੀਂ ਹੈ ਮੁੱਖ ਮੰਤਰੀ ਦੀ ਕੁਰਸੀ। ਬਿਨਾ ਮਤਲਬ ਤੇ ਦਰਵਾਜ਼ੇ ਲਗਾ ਕੇ ਡਰਾਇੰਗ ਰੂਮ ਸਜਾ ਕੇ ਬਾਹਰ ਬਿਠਾਈ ਰੱਖਦੇ, ਲੋਕਾਂ ਨੂੰ ਮਿਲਦੇ ਨਹੀਂ। ਮੈਂ ਉੱਠ ਕੇ ਬਾਹਰ ਵੀ ਆ ਕੇ ਮਿਲ ਲੈਂਦੇ। ਪਟਿਆਲੇ ਦੇ ਬੰਦੇ ਰਾਤ ਨੂੰ 12:30 1 ਵਜੇ ਆਏ, ਕਹਿੰਦੇ ਜੀ ਸਾਡੀਆਂ ਮੈਸਾਂ ਖੋਲ੍ਹਤੀਆਂ। ਮੈਂ ਕਿਹਾ ਯਾਰ ਆਪਾਂ ਡੀਸੀ ਨੂੰ ਟੈਲੀਫੋਨ ਕਰ ਲੈਂਦੇ, ਜਗਾ ਲਿਆ ਡੀਸੀ ਨੂੰ, ਉਹਨਾਂ ਦੀ ਮੈਸਾਂ ਬਣਾਤੀਆਂ। ਇੰਨੀ ਕੁ ਗੱਲ ਹੈ। ਤੁਸੀਂ ਪਿਆਰ ਮੰਗਦੇ ਆ ਲੋਕ ਅੱਕੇ ਹੋਏ ਸੀ ਹੁੱਜਾਂ ਤੋਂ, ਜਿਹੜੇ ਮੁੱਖ ਮੰਤਰੀ ਦੇ ਆਲੇ ਦੁਆਲੇ ਦੇ ਮਾਰਦੇ। ਲੋਕ ਅੱਕੇ ਹੋਏ ਸੀ ਹੂਟਰਾਂ ਤੋਂ, ਜਿਹੜੇ ਸੁਖਬੀਰ ਬਾਦਲ ਦੀ ਗੱਡੀ ਦੇ ਮੂਹਰੇ ਵੱਜਦੇ। ਉਹ ਮੈਂ ਬੰਦ ਕਰਤਾ ਸਾਰਾ ਕੁਝ। ਮੇਰੀ ਗੱਡੀ ਦੇ ਮੂਹਰੇ ਹੂਟਰ ਨਹੀਂ ਵੱਜੇਗਾ। ਇਹ ਠੀਕ ਹੈ, ਰੋਜ਼ ਮੈਨੂੰ ਆ ਕੇ ਕਹੀ ਜਾਂਦੇ ਨਹੀਂ ਜੀ ਤੁਹਾਨੂੰ ਸਿਕਿਉਰਿਟੀ ਦੀ ਜ਼ਰੂਰਤ ਹੈ, ਤੁਸੀਂ ਆਹ ਵੀ ਲਾਓ, ਤੁਸੀਂ ਉਹ ਵੀ ਲਾਓ। ਮੈਂ ਕਿਹਾ ਨਹੀਂ ਚਾਹੀਦਾ। ਕੱਲ ਮੈਂ ਕਾਲਜ ਦੇ ਵਿੱਚ ਗਿਆ, ਲਵਲੀ ਯੂਨੀਵਰਸਿਟੀ ਦੇ ਵਿੱਚ, ਸਟੇਜ ਪਰ ਤੇ ਉਤਰ ਕੇ ਬਾੜ ਜੀ ਟੱਪ ਕੇ ਮੈਂ ਮੁੰਡਿਆਂ ਕੋਲ ਚਲੇ ਗਿਆ। ਅਗਲੇ ਵੀ ਖੁਸ਼, ਮੈਂ ਵੀ ਖੁਸ਼, ਮੇਰਾ ਵੀ ਜੀ ਲੱਗ ਗਿਆ ਉੱਥੇ ਅੱਧਾ ਘੰਟਾ। ਕਿਆ ਫਰਕ ਪੈਂਦਾ ਤੁਹਾਨੂੰ ਲੋਕਾਂ ਦੇ ਨਾਲ ਜਾ ਕੇ ਮਿਲ ਕੇ ਚੱਲਣ ਦਾ? ਇਹ ਲੋਕ ਬਿਨਾਂ ਮਤਲਬ ਤੇ ਆਪਣੇ ਆਪ ਨੂੰ ਸੁਪਰੀਮ ਬਣਾਈ ਜਾਂਦੇ ਆ। ਕਾਹਦੀ ਸੁਪਰਮੈਸੀ ਹੈ? ਫਿਰ ਤੁਸੀਂ 5 ਸਾਲ ਬਾਅਦ ਲੋਕਾਂ ਤੇ ਵੋਟਾਂ ਮੰਗਣ ਜਾਣਾ, ਫਿਰ ਤੁਹਾਡੀ ਸੁਪਰਮੈਸੀ ਨਿਕਲ ਜਾਂਦੀ ਹੈ ਤੇ 5 ਸਾਲ ਤੁਸੀਂ ਅਗਲੇ ਨੂੰ ਨੇੜੇ ਨਹੀਂ ਲੱਗਣ ਦਿੰਦੇ। ਇਹ ਗਲਤ ਹੈ। ਤੁਸੀਂ ਜੇ ਲੋਕਾਂ ਦੇ ਨੁਮਾਇੰਦੇ ਆ ਤਾਂ ਲੋਕਾਂ ਵਿੱਚ ਰਹੋ। ਜਿਹੜੀ ਰੌਲਾ ਕੁਰਸੀ ਦਾ ਹੀ ਹੈ, ਸੀਐਮ ਦੀ ਕੁਰਸੀ ਦਾ ਰੌਲਾ ਕੋਈ ਨਹੀਂ, ਮੇਰੇ ਪਾਸ ਤਾਂ ਹੈ ਨਹੀਂ। ਸਿੱਧੂ ਸਾਹਿਬ ਫਿਰ ਮੰਨ ਜਾਣਗੇ ਬਣਾ ਕੁਰਸੀ? ਮੇਰੀ ਸਿੱਧੂ ਨਾਲ ਕੋਈ ਲੜਾਈ ਨਹੀਂ ਹੈ। ਤੁਹਾਡੀ ਹੈ ਨਹੀਂ ਤੇ ਉਹਨਾਂ ਦੇ ਜ਼ਹਿਨ ਦੇ ਵਿੱਚ ਕੀ ਹੈ? ਮੇਰੀ ਐਕਚੁਅਲੀ ਮੈਂ ਅਜੇ ਇਲੈਕਸ਼ਨ ਮੋਡ ਵਿੱਚ ਵੀ ਨਹੀਂ ਆਇਆ। ਵੈਸੇ ਜਦੋਂ ਮਿਲਦੇ ਆ ਚੰਨੀ ਸਾਹਿਬ, ਇਹ ਗੱਲ ਨਾ ਬੜੀ ਇੰਟਰਸਟਿੰਗ ਆ। ਜਦੋਂ ਮਿਲਦੇ ਆ, ਤੁਹਾਡੀ ਕੱਲ ਪਰਸੋਂ ਮੀਟਿੰਗ ਹੋ ਰਹੀ ਸੀ, ਮਿਲਦੇ ਹੋ ਜੱਫੀ ਪੈਂਦੀ ਹੈ? ਐਦਾਂ ਦੱਸ, ਕੋਈ ਹੋਰ ਗੱਲ ਹੀ ਨਹੀਂ ਰਹੀ ਆਪਾਂ ਨੂੰ। ਨਹੀਂ, ਉਹ ਤਾਂ ਜੱਫੀ ਪੈਂਦੀ। ਪੰਜਾਬ ਇੰਨਾ ਘੁੱਗ ਵੱਜਦਾ ਯਾਰ। ਕਿਸੇ ਦੀ ਗੱਲ ਕਰ ਲਓ, ਕਿਸੇ ਪੰਜਾਬੀ ਨੌਜਵਾਨ ਮੁੰਡੇ ਦੀ ਗੱਲ ਕਰ ਲਓ, ਕਿਸੇ ਦੀ ਨੌਕਰੀ ਦੀ ਗੱਲ ਕਰ ਲਓ, ਕਿਸੇ ਦੇ ਕਾਰੋਬਾਰ ਦੀ ਗੱਲ ਕਰ ਲਓ। ਮੈਨੂੰ ਇਹਨਾਂ ਚੀਜ਼ਾਂ ਤੇ ਬੇਲ ਨਹੀਂ ਹੈ। ਚਲ ਇੰਨਾ ਕੁ ਦੱਸ ਦਿਓ, ਜਦੋਂ ਮਿਲਦੇ ਆ ਮੈਨੂੰ ਯਾਰ ਕਹਿੰਦਾ, ਮੈਨੂੰ ਯਾਰ ਮਨਾਉਣ ਤੋਂ ਫੁਰਸਤ ਨਹੀਂ, ਮੈਂ ਰੱਬ ਨੂੰ ਮਨਾਵਾਂ ਕਿਸ ਵੇਲੇ? ਮੈਂ ਆਪਣੇ ਲੋਕਾਂ ਨੂੰ ਮਨਾ ਰਿਹਾ, ਪੰਜਾਬ ਦਿਆਂ ਨੂੰ। ਮੈਂ ਉਹਨਾਂ ਦੇ ਕੰਮ ਕਰ ਰਿਹਾ, ਮੈਂ ਉਹਨਾਂ ਵਾਸਤੇ ਹੀ ਹਰ ਟਾਈਮ ਹੈ। ਪ੍ਰਧਾਨ ਮੈਂ ਉਹਨੂੰ ਕਦੇ ਕੁਝ ਕਹਿੰਦਾ ਨਹੀਂ, ਕਦੇ ਸੁਣਿਆ ਮੇਰੇ ਤੇ ਮੂੰਹ ਤੋਂ ਕੁਝ। ਮੈਂ ਕਹਿੰਦਾ ਯਾਰ ਸਾਨੂੰ ਜਿੰਨਾ ਵੀ ਟਾਈਮ ਮਿਲਿਆ, 21-2200 ਦਿਨ ਮਿਲਦੇ ਆ ਇੱਕ ਮੁੱਖ ਮੰਤਰੀ ਨੂੰ, ਮੈਨੂੰ ਮਿਲਿਆ 100 ਦਿਨ। ਮੈਂ 100 ਦਿਨਾਂ ਦੇ ਵਿੱਚ 21-2200 ਦਿਨਾਂ ਦਾ ਕੰਮ ਕਰ ਰਿਹਾ ਔਰ ਕਰਨਾ ਹੈ। ਮੇਰੇ ਪਾਸ ਟਾਈਮ ਹੀ ਨਹੀਂ, ਸਿਰ ਖੁਰਕਣ ਦਾ ਬੇਲ ਨਹੀਂ ਹੈ ਮੈਨੂੰ। ਆਪਣੇ ਘਰਦਿਆਂ ਨੂੰ ਮੈਂ ਨਹੀਂ ਮਿਲ ਪਾ ਰਿਹਾ, ਉਹ ਮੇਰੇ ਪਿੱਛੇ ਆ ਕੇ ਕਦੇ ਕਿਤੇ ਮਿਲਦੇ। ਹਾਂ, ਵਿਆਹ ਵਾਲੇ ਦਿਨ ਮੈਂ ਸਮਝੋ ਨੰਦਾ ਭਰੇ ਪਹੁੰਚਿਆ। ਫਿਰ ਮੈਨੂੰ ਤਾਂ ਚੌ ਚੜਿਆ ਹੋਇਆ ਕਿ ਮੈਂ ਲੋਕਾਂ ਦੇ ਜਿੰਨੇ ਕੰਮ ਕਰਦਾ, ਮੈਂ ਲੋਕਾਂ ਨੂੰ ਬੁਲਾ ਕੇ ਕਹਿ ਰਿਹਾ ਯਾਰ ਮੇਰੇ ਪਾਸ ਜਿਹੜੇ ਦਿਨ ਰਹਿ ਗਏ ਤੇ ਕੰਮ ਕਰਾ ਲਓ, ਮੇਰੇ ਪਾਸ ਕਿਸੇ ਨਾਲ ਲੜਨ ਨੂੰ ਹਮੇਸ਼ਾ ਕਹਿੰਦੇ ਕਿ ਮੈਂ ਤਾਂ ਆਮ ਜਿਹਾ ਬੰਦਾ ਹੈ, ਮੈਂ ਇੱਕ ਛੋਟੇ ਪਰਿਵਾਰ ਚੋਂ ਸੰਬੰਧ ਰੱਖਦਾ ਹਾਂ, ਪਰ ਵਿਰੋਧੀ ਕਹਿੰਦੇ ਨੇ ਤੁਸੀਂ ਆਮ ਬੰਦੇ ਨਹੀਂ ਹੋ, ਤੁਸੀਂ ਤਾਂ ਕਰੋੜਾਂ ਦੇ ਮਾਲਕ ਹੋ। ਕਹਿੰਦੇ ਤੁਸੀਂ ਧੱਕੇ ਨਾਲ ਹੀ ਆਪਦੇ ਆਪ ਨੂੰ ਆਮ ਜਿਹਾ ਇਨਸਾਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋ। ਮੇਰੀ ਗੱਲ ਸੁਣੋ, ਸੁਖਬੀਰ ਬਾਦਲ ਨੂੰ ਇਹ ਪੁੱਛੋ ਕਿ ਉਹ ਕੱਚੇ ਕੋਠੇ ਜੰਮਿਆ ਸੀ? ਪਰ ਇਹ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੈ, ਕੱਚੇ ਕੋਠੇ ਜੰਮਿਆ ਸੀ? ਜਿਹੜਾ ਕੱਚੇ ਕੋਠੇ 'ਚ ਜੰਮਦਾ ਹੈ ਉਹ ਆਮ ਆਦਮੀ ਉਹ ਹੈ, ਉਹ ਪਿੰਡੂ ਹੈ, ਉਹ ਸ਼ਹਿਰੀ ਹੈ, ਉਹ ਸ਼ਹਿਰ ਦੀਆਂ ਗਲੀਆਂ ਵਾਲਾ ਹੈ। ਹੁਣ ਮੈਂ ਕਹਿਣਾ ਜੀ, ਮੈਂ ਅੱਜ ਜੋ ਕੁਝ ਬਣਾਇਆ ਤੁਸੀਂ, ਮੈਂ ਕਿਹੜੇ ਸਾਲਾ ਬਹੁਤ ਕਿਤੇ ਦੁਨੀਆ ਭਰ ਦਾ ਪੈਸਾ ਬਣਾ ਲਿਆ, ਮੇਰੇ ਪਾਸ 1 ਕਿੱਲਾ ਵੀ ਜ਼ਮੀਨ ਨਹੀਂ ਹੈ। ਮੈਂ ਕਹਿ ਰਿਹਾ ਕਿ ਤੁਸੀਂ ਐਂ ਕਰੋ, ਸਾਰਾ ਪੰਜਾਬ ਫਰੋਲੋ, ਸਾਰਾ ਹਿਮਾਚਲ ਫਰੋਲੋ, ਆਲੇ ਦੁਆਲੇ ਦੀ ਜ਼ਮੀਨ ਫਰੋਲੋ, ਬਾਕੀ ਦੀ ਮੇਰੇ ਨਾਮ ਕੱਢੋ। ਕਿਆ ਹੈ? ਮੈਂ 2000 ਮੈਨੂੰ ਪੈਟਰੋਲ ਪੰਪ ਮਿਲਿਆ, ਉਸ ਤੋਂ ਬਾਅਦ ਮੈਂ ਪ੍ਰੋਪਰਟੀ ਦਾ ਕੰਮ ਕਰਿਆ। ਜਿਹੜੀ ਮੈਂ ਪ੍ਰੋਪਰਟੀ ਬਣਾਈ ਸੀ, ਇੱਕ ਵਾਰ ਮੇਰੇ ਪਾਸ 8-9 ਕਿੱਲੇ ਹੋ ਗਏ ਸੀ, ਉਹ ਸਾਰੇ 3 ਇਲੈਕਸ਼ਨਾਂ 'ਚ ਵੇਚਤੇ। ਵੋਟਾਂ 'ਚ ਵੀ ਵੇਗੀ। ਮੈਂ ਇਮਾਨਦਾਰੀ ਨਾਲ ਤੁਹਾਨੂੰ ਦੱਸ ਰਿਹਾ,
ਮੈਂ 3 ਇਲੈਕਸ਼ਨ ਲੜੇ ਐਮਐਲਏ ਦੇ, ਤਿੰਨਾਂ ਤੋਂ 1 ਸਾਲ ਪਹਿਲਾਂ ਦੀ ਮੇਰੀ ਪ੍ਰਾਪਰਟੀ ਵਿਕੀ ਵੀ ਦੇਖ ਲਓ। ਆ ਹੁਣ ਮੈਂ ਇਲੈਕਸ਼ਨ ਲੜਨਾ ਸੀ, ਇਸ ਤੋਂ ਪਹਿਲਾਂ ਵੇਚੀ ਹੈ। ਇਸ ਟਾਈਮ ਮੇਰੇ ਪਾਸ ਇੱਕ ਸਿਆੜ ਵੀ ਨਹੀਂ ਹੈ, ਨਾ ਕੋਈ ਮੁੱਖ ਮੰਤਰੀ ਬਣ ਕੇ ਬਣਾਇਆ ਹੈ। ਫਿਰ ਮੈਨੂੰ ਕਹੀ ਜਾਂਦੇ ਪਤਾ ਨਹੀਂ ਕਰੋੜਾਪਤੀ ਹੈ। ਸਿਮ ਸਾਹਿਬ ਇੱਕ ਵਿਰੋਧੀ ਥੋੜੀ ਹੋਰ ਬੜਾ ਇਲਜ਼ਾਮ ਲਾਉਂਦੇ ਆ, ਆਂਦੇ ਤੁਸੀਂ ਸਰਕਾਰੀ ਜਹਾਜ਼ ਨੂੰ ਤਾਂ ਟੈਕਸੀ ਬਣਾਤਾ, ਆਂਦੇ ਜੇ 5 ਮਿੰਟ ਇੱਥੋਂ ਜੇ 에ਅਰਪੋਰਟ ਤੇ ਜਾਣਾ ਤਾਂ ਵੀ ਫਰ ਕਰਦਾ ਜਹਾਜ਼ ਉੜਦਾ, ਲੁਧਿਆਣੇ ਕਹਿੰਦੇ ਇੱਕ ਥਾਂ ਦੂਜੀ ਥਾਂ ਜਾਣਾ ਤਾਂ ਜਹਾਜ਼ ਕਰਦਾ, ਆਂਦੇ ਤੁਸੀਂ ਤਾਂ ਜਹਾਜ਼ ਦੀ ਰੇਲ ਬਣਾਤੀ। ਉਹ ਕੈਪਟਨ ਅਮਰਿੰਦਰ ਸਿੰਘ ਉੱਧਰ ਰਹਿੰਦਾ, ਮੇਰਾ ਰੋਜ਼ ਜਹਾਜ਼ ਉੱਪਰੋਂ ਲੰਘਦਾ, ਉਹ ਕਹਿੰਦਾ ਯਾਰ ਇਹ ਸਾਰਾ ਦਿਨ ਤੁਰੇ ਹੀ ਰਹਿੰਦਾ, ਪਤਾ ਨਹੀਂ ਕਿੱਥੇ ਨੇ ਕਿਆ ਹੈ। ਉਹ ਕਦੇ ਜਹਾਜ਼ ਨੂੰ ਤਾਂ ਜੰਗ ਲੱਗੀ ਪਈ ਸੀ, ਹੁਣ ਤੁਸੀਂ ਉਹ ਜੰਗ ਲਾ ਰਹੇ ਹੋ। ਇਹਨਾਂ ਦੀਆਂ ਕਾਰਾਂ ਨੂੰ ਜੰਗ ਲੱਗੀ ਤੁਸੀਂ ਜੰਗਲ ਪੜਦੇ ਹੋ ਜੀ। ਕੋਠੇ ਜਿੱਡੀਆਂ ਜਿੱਡੀਆਂ ਕਾਰਾਂ 8 ਹੈ। ਹੁਣ ਇਹ ਹੈ ਕਿ ਮੈਂ 4 ਜਗ੍ਹਾ ਰੋਜ਼ ਜਾਂਦਾ। ਪਹਿਲਾਂ ਮੈਂ ਸਮਰਾਲੇ ਜਾਣਾ ਕੱਲ ਨੂੰ, ਉਸ ਤੋਂ ਬਾਅਦ ਮੈਂ ਟਾਂਡੇ ਜਾਣਾ, ਉਸ ਤੋਂ ਬਾਅਦ ਦਸੂਹੇ ਜਾਣਾ, ਉਸ ਤੋਂ ਬਾਅਦ ਜਲੰਧਰ ਜਾਣਾ, ਫੇਰ ਉਰੇ ਜਾਣਾ। ਯਾਰ ਕੰਮ ਕਰ ਰਹੇ ਆ, ਕੰਮ ਕਰ ਰਹੇ ਆ, ਬਣਾਵਾਂਗੇ ਕਿਉਂ ਨਹੀਂ। ਕੰਮ ਕਰਨ ਵਾਸਤੇ ਮਿਲੀਆਂ ਚੀਜ਼ਾਂ ਕੰਮ ਕਰੋ। ਪਰ ਉਹ ਵਿਰੋਧੀ ਕਹਿੰਦੇ ਆ ਕਿ ਫਿਰ ਮੈਂ ਕਿਹੜੇ ਕੱਲਾ ਕਰਦਾ, ਹਵਾ ਚੁੱਡੀ ਜਾਂਦੇ ਆ। ਮੈਂ ਤਾਂ ਨਿਆਣੇ ਮਿਲ ਜਾਣ ਮੈਨੂੰ, ਮੈਂ ਕਹਿੰਦਾ ਬੈਠੋ ਆਪਣੇ ਜਹਾਜ਼ ਪਰ, ਤੁਹਾਡਾ ਹੈ ਮੇਰਾ ਥੋੜੋ ਹੈ। ਵਿਰੋਧੀ ਕਹਿੰਦੇ ਆ ਆਮ ਜਨਤਾ ਦੇ ਟੈਕਸ ਦੇ ਪੈਸੇ ਕਹਿੰਦੇ ਹਵਾ ਚੁੱਡੀ ਜਾਂਦੇ ਆ। ਹਵਾ 'ਚ ਨਹੀਂ ਉੱਡਦੇ, ਕੰਮ ਕਰ ਰਹੇ ਆ। ਲੋਕਾਂ ਨੂੰ ਦਿਖ ਰਿਹਾ ਵੀ ਇਹ ਕੰਮ ਕਰ ਰਿਹਾ, ਲੋਕਾਂ ਦੇ ਵਿੱਚ ਜਾ ਕੇ ਕੰਮ ਕਰ ਰਿਹਾ, ਲੋਕਾਂ ਨੂੰ ਮਿਲਦਾ ਹੈ, ਉਹਨਾਂ ਦੀ ਸੁਣਦਾ ਹੈ, ਉਹਨਾਂ ਦੇ ਕੰਮ ਕਰਦਾ ਹੈ, ਮਸਲੇ ਹੱਲ ਕਰ ਰਿਹਾ। ਤਾਂ ਹੀ ਗੱਲ ਚੱਲੀ ਹੈ ਕਿ ਘਰ ਦੇ ਵਿੱਚ ਚੱਲੀ ਗੱਲ, ਐਵੇਂ ਥੋੜ੍ਹਾ ਚੱਲ ਗਈ। ਜਿਹੜੀ ਤੁਸੀਂ ਗੱਲ ਕੀਤੀ ਵੀ ਕੈਪਟਨ ਅਮਰਿੰਦਰ ਸਿੰਘ ਦੇ ਜੋ ਘਰ ਉੱਤੋਂ ਹੀ ਲੰਘਦੇ ਆ ਤਾਂ ਉਹ ਕਹਿੰਦਾ ਵੀ ਯਾਰ ਇਹ ਫਿਰ ਉੱਡ ਚੱਲਿਆ, ਟਿਕਦਾ ਹੀ ਨਹੀਂ। ਵਿਕਰਮ ਮਜੀਠੀਆ ਕਹਿੰਦੇ ਵੀ ਜਦੋਂ ਤੁਹਾਡਾ ਜਹਾਜ਼ ਉੱਡਦਾ ਨਾ, ਕਹਿੰਦੇ ਉਦੋਂ ਨਵਜੋਤ ਸਿੱਧੂ ਨੂੰ ਹੌਲ ਪੈਂਦੇ ਆ, ਕਹਿੰਦੇ ਉਹ ਜਹਾਜ਼ ਹੀ ਗੁਰ ਕਰਕੇ ਕਹਿੰਦੇ ਕਾਲਜਾ ਫੜ ਲੈਂਦਾ, ਯਾਰ ਜਹਾਜ਼ ਤੇ ਮੈਂ ਉੱਡਣਾ ਸੀ। ਅਸਲ ਦੇ ਵਿੱਚ ਵਿਕਰਮ ਮਜੀਠੀਆ ਜਿੰਨੇ ਹੈਗੇ ਆ ਸਾਰਿਆਂ ਨੂੰ ਹੌਲ ਪੈਂਦੇ ਕਿ ਯਾਰ ਇਹ ਸਾਡਾ ਗਰੀਬ ਦਾ ਮੁੰਡਾ ਕਦੇ ਚੜ ਗਿਆ ਜਹਾਜ਼ ਦੇ ਉੱਪਰ। ਤਕਲੀਫ ਆ ਹੈ, ਤਕਲੀਫ ਇਹ ਨਹੀਂ ਹੈ ਕਿ ਜਹਾਜ਼ ਉੱਡ ਰਿਹਾ, ਤਕਲੀਫ ਇਹ ਹੈ ਕਿ ਗਰੀਬ ਦਾ ਮੁੰਡਾ ਉੱਪਰ ਕਿਸ ਤਰ੍ਹਾਂ ਆ ਰਿਹਾ, ਇੱਕ ਆਮ ਲੋਕਾਂ ਚੋਂ ਬੰਦਾ ਕਿਸ ਤਰ੍ਹਾਂ ਅੱਗੇ ਆ ਰਿਹਾ। ਕਿਸੇ ਕਿਸਾਨ ਦੇ ਮੁੰਡੇ ਨੂੰ ਕਦੇ ਨਹੀਂ ਮੁੱਖ ਮੰਤਰੀ ਡਿਕਲੇਅਰ ਕਰਦੇ, ਕਿਉਂ ਸੁਖਬੀਰ ਬਾਦਲ ਬਣੇਗਾ ਜੀ ਦੁਬਾਰੇ। ਸਿਰ ਸਾਹਿਬ ਪੰਜਾਬ ਦੇ ਸਿਆਸੀ ਹਾਲਾਤ ਹੁਣ ਬੀਜੇਪੀ ਮੈਦਾਨ 'ਚ ਉਤਰਿਆ ਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਫਿਰੋਜ਼ਪੁਰ ਆਏ ਸੀ ਤੇ ਵੱਡਾ ਐਲੀਗੇਸ਼ਨ ਹੀ ਕਹਿ ਸਕਦੇ ਕਿ ਕਹਿੰਦੇ ਸਿਕਿਉਰਿਟੀ ਲੈਪਸ ਹੋ ਗਿਆ, ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪੈ ਗਿਆ। ਉਹ ਇਦਾਂ ਨਹੀਂ ਹੈ। ਰਾਤ ਮੈਂ 3 ਵਜੇ ਤੱਕ ਸਾਰੇ ਰੋਡਸ ਕਲੀਅਰ ਕਰਾਏ ਹੈ, ਨਾਲ ਉਹਨਾਂ ਨੂੰ ਮਿੰਤ ਮਥਾਜੀ ਯਾਰ ਉਹਨਾਂ ਦੇ ਨਾਲ ਐਗਰੀਮੈਂਟ ਕਰਕੇ ਉਹਨਾਂ ਨੂੰ ਕਿਹਾ ਤੁਹਾਨੂੰ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਟਾਈਮ ਮੰਗਾਵਾਂਗਾ, ਰੋਡ ਖਾਲੀ ਕਰ ਦਿਓ। ਰੋਡ ਰਾਤ ਖਾਲੀ ਹੋ ਗਏ ਸੀ। ਪ੍ਰਧਾਨ ਮੰਤਰੀ ਜੀ ਨੇ ਬਾਈ ਏਅਰ ਆਉਣਾ ਸੀ, ਬਠਿੰਡੇ ਤੋਂ ਫਿਰੋਜ਼ਪੁਰ ਜਾਣਾ ਸੀ, ਫਿਰੋਜ਼ਪੁਰ ਤੋਂ ਬਾਈ ਏਅਰ ਅੱਗੇ ਜਾਣਾ ਸੀ। ਉਹਨਾਂ ਦਾ ਰੋਡ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ। ਉਹਨਾਂ ਨੇ ਐਨ ਮੌਕੇ ਤੇ ਆ ਕੇ ਬਠਿੰਡੇ ਆ ਕੇ ਪ੍ਰੋਗਰਾਮ ਬਦਲ ਲਿਆ ਕਿ ਜੀ ਮੀਂਹ ਪੈ ਰਿਹਾ ਸੀ ਤਾਂ ਬਾਈ ਰੋਡ ਜਾਵਾਂਗੇ। ਜਾਂ ਤਾਂ ਸਰਕਾਰ ਨੂੰ ਪਹਿਲਾਂ ਦੱਸਿਆ ਹੁੰਦਾ ਕਿ ਜੀ ਬਾਈ ਰੋਡ ਜਾਣਗੇ, ਅਸੀਂ ਆਲਟਰਨੇਟਿਵ ਰੇਟ ਅਰੇਂਜਮੈਂਟ ਕਰਦੇ, ਆਹ ਰੋਡ ਨਹੀਂ ਤਾਂ ਦੂਸਰੀ। ਇਹ ਇੱਦਾਂ ਬਣਾਈ ਜਾਂਦੀ ਹੈ ਜਦ ਕਿਸੇ VVIP ਨੇ ਆਉਣਾ, ਇੱਕ ਰੋਡ ਨਹੀਂ ਤਾਂ ਦੂਸਰੀ ਰੋਡ ਨਾਲ ਖੋਲ੍ਹ ਦਿੱਤੀ ਜਾਂਦੀ ਹੈ। ਅਚਨਚੇਤ ਤੁਸੀਂ ਰੋਡ ਤੇ ਤੁਰ ਪਏ ਹੋ ਬਿਨਾਂ ਕਿਸੇ ਪ੍ਰੋਗਰਾਮ ਤੇ, ਇਸ ਕਰਕੇ ਅਗਲੇ ਨੇ ਮੌਕੇ ਦੇ ਮੌਕੇ ਚੱਕ ਕੇ ਮੂਹਰੇ ਗੱਡਾ ਲਗਾਤਾ। ਇਹ ਕੁਦਰਤੀ ਹੋਇਆ ਹੈ, ਇਹਦੇ ਵਿੱਚ ਕੋਈ ਲੈਪਸਿਸ ਨਹੀਂ ਹੋਏ। ਪਰ ਸਿੱਧੇ ਤੌਰ ਤੇ ਬਾਕੀ ਦੂਸਰਾ ਇਹ ਹੈ ਕਿ ਉਹਨਾਂ ਨੇ ਉੱਥੇ ਬਹੁਤ ਬੜੀ ਰੈਲੀ ਰੱਖਤੀ। ਉਹ ਰੈਲੀ ਸਾਡੇ ਨਾਲ ਸੰਬੰਧਿਤ ਨਹੀਂ ਸੀ, ਉਹਨਾਂ ਨੇ BJP ਦੀ ਰੈਲੀ ਰੱਖੀ। ਉੱਥੇ 70,000 ਕੁਰਸੀ ਲਾਤੀ, ਬੰਦਾ ਆਇਆ 700। ਫਿਰ ਹੁਣ ਕੋਈ ਨਾ ਕੋਈ ਮੀਂਹ ਦਾ ਬਹਾਨਾ ਹੋ ਗਿਆ, ਕੋਈ ਹੋਰ ਬਹਾਨਾ ਹੋ ਗਿਆ, ਰੈਲੀ ਰੱਦ ਹੋ ਗਈ। ਨਹੀਂ ਤੁਹਾਡੇ ਮੁਤਾਬਕ ਉੱਥੇ ਇਕੱਠ ਹੋਇਆ ਨਹੀਂ, ਇਹ ਤਾਂ ਤੁਸੀਂ ਉਹ ਲਾਈਵ ਦਿਖਾ ਰਹੇ ਕਿ ਇਕੱਠ ਨਹੀਂ ਹੋਇਆ। 70,000 ਕਹਿੰਦੇ ਕੁਰਸੀ ਲਾਈ, 700 ਬੰਦਾ ਆਇਆ, ਫਿਰ ਰੈਲੀ ਕਿੱਥੇ ਤੇ ਕਰਨੀ ਸੀ। ਉਹਨਾਂ ਦੇ ਕਈ ਥਾਵਾਂ ਤੇ ਰੋਕ ਲਿਆ ਗਿਆ, ਉਹਨਾਂ ਦੇ ਕਿਸੇ ਨੇ ਕਿਸੇ ਨੂੰ ਨਹੀਂ ਰੋਕਿਆ। ਇੱਕ ਰਸਤਾ ਜੇ ਰੁਕ ਗਿਆ ਜਿੱਧਰੋਂ ਪ੍ਰਾਈਮ ਮਿਨਿਸਟਰ ਸਾਹਿਬ ਨੇ ਆਉਣਾ, ਤਾਂ ਬਾਕੀ ਤਾਂ ਅਸੀਂ ਰਾਤ ਆਪ ਨਾਲ ਹੋ ਕੇ ਖਿਲਾਏ ਹੈ। ਕਿਸੇ ਰਸਤੇ ਪਰ ਸਵੇਰੇ obstruction ਨਹੀਂ ਸੀ। ਲੇਕਿਨ ਹੁਣ ਜੇ ਚੰਡੀਗੜ੍ਹ ਵਾਲਾ ਰਸਤਾ ਰੁਕਿਆ ਹੋਵੇ ਤਾਂ ਲੋਕ ਪਿੰਡਾਂ ਨੂੰ ਹੋ ਕੇ ਆ ਜਾਂਦੇ ਹੈ, ਜਿਹਨੇ ਆਉਣਾ ਉਹ ਤਾਂ ਪਹੁੰਚੇ ਜਾਂਦਾ। ਕਹਿੰਦਾ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇ, ਚਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨੇ। ਫਿਰ ਆਪੇ ਜਵਾਬ ਦਿੱਤਾ ਉਹਨਾਂ ਨੇ, ਬਾਬਿਆਂ ਨੇ, ਕਹਿੰਦੇ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੇ ਮੇ, ਜਾਏ ਮਿਲਾਂ ਤੇਰੇ ਸੱਜਣਾ ਟੁੱਟੇ ਨਹੀਂ ਨੇ। ਮਤਲਬ ਕਿਆ ਹੈ ਇਹਦਾ ਕਿ ਜੇ ਮੀਂਹ ਵੀ ਪੈਂਦਾ ਜਾਂ ਜਿੰਨਾ ਹਨੇਰੀ ਝੱਖੜ ਆ ਜੇ, ਮੈਂ ਜਿੱਥੇ ਪਹੁੰਚਣਾ ਆਪਣੇ ਪਿਆਰੇ ਨੂੰ ਮਿਲਵਾ ਤੇ ਪਹੁੰਚਣਾ ਹੀ ਹੈ। ਜੇ ਅਗਲਿਆਂ ਨੇ ਕਿਸੇ ਨੇ ਪਹੁੰਚਣਾ ਹੀ ਨਹੀਂ ਤਾਂ ਪਹੁੰਚਣਾ ਹੀ ਨਹੀਂ। ਇਸੇ ਕਰਕੇ ਰੈਲੀ ਕਾਮਯਾਬ ਨਹੀਂ ਹੋਈ। ਕਿਵੇਂ ਦੇਖਦੇ ਹੋ ਵੈਸੇ BJP ਦੀ ਪੋਜੀਸ਼ਨ ਨੂੰ ਅੱਜ? ਨਹੀਂ, ਮੈਂ ਵੋਟਾਂ ਦੀ ਗੱਲ ਨਹੀਂ ਕਰਦਾ। ਇਹ ਤਾਂ
ਵੋਟਾਂ ਦੀ ਰੈਲੀ ਤਾਂ ਉਹਨਾਂ ਨੇ ਕਰਨੀ ਸੀ ਆਪਣੀ, ਲੇਕਿਨ ਸਰਕਾਰੀ ਪ੍ਰੋਗਰਾਮ ਸੀ ਉਹ ਅੱਛੇ ਸੀਗੇ, ਉਹਦੇ ਵਾਸਤੇ ਨੀਂਹ ਪੱਥਰ ਰੱਖਣੇ ਸੀ ਔਰ ਨੀਂਹ ਪੱਥਰ ਨਹੀਂ ਉਦਘਾਟਨ ਕਰਨੇ ਸੀ, ਉਹ ਅੱਛੇ ਪ੍ਰੋਗਰਾਮ ਸੀ, ਅਸੀਂ ਨਾਲ ਹੋ ਕੇ ਕਰਾ ਰਹੇ ਸੀ, ਕੋਈ ਐਸੀ ਗੱਲ ਨਹੀਂ। ਜਿਹੜੇ ਐਲਾਨ ਹੋਣੇ ਸੀ ਸੀਐਮ ਸਾਹਿਬ, ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੋਣੀ ਹੈ, ਪੰਜਾਬ ਦੇ ਲਈ ਕੋਈ ਐਲਾਨ ਕਰਨ ਦੀ ਤਿਆਰੀ ਸੀ, ਫਿਰ ਉਹਨਾਂ ਦਾ ਕੀ ਹੋਏਗਾ? ਅੱਜ ਤਾਂ ਲੋਕਾਂ ਨੂੰ ਬੜੀ ਆਸ ਸੀ ਕਿ 5 ਤਰੀਕ ਨੂੰ ਪੰਜਾਬ ਨੂੰ ਪਤਾ ਹੀ ਨਹੀਂ ਕੀ ਮਿਲ ਜਾਣਾ। ਮਿਲ ਜੂਗਾ? ਅਸੀਂ ਤਾਂ ਚਾਹੁੰਦੇ ਹਾਂ ਮਿਲੇ। ਮੈਂ ਇੱਕ ਚਿੱਠੀ ਨਹੀਂ ਲਿਖੀ, ਮੈਂ ਉਹਨਾਂ ਨੂੰ ਮੰਗਿਆ ਹੋਇਆ ਸੀ, ਅੱਜ ਵੀ ਮੰਗਣਾ ਸੀ ਤੇ ਗੱਲ ਕਰਨੀ ਸੀ ਕਿ ਸਾਡੇ ਨਾਲ ਲਾ ਕੇ ਕਰਜ਼ਾ ਮਾਫ ਕਰੋ ਕਿਸਾਨਾਂ ਦਾ, 74,000 ਕਰੋੜ ਹੈ। ਦੂਸਰਾ, ਪਿਛਲੇ 3 ਸਾਲ ਬੀਜੇਪੀ ਦੀ ਤੇ ਅਕਾਲੀ ਦਲ ਦੀ ਸਰਕਾਰ ਨੇ ਕੇਂਦਰ ਚੋਂ ਸਾਨੂੰ ਐਸਸੀ ਵਜੀਫਾ ਨਹੀਂ ਭੇਜਿਆ, ਉਹ 3 ਸਾਲਾਂ ਦਾ ਬਕਾਇਆ ਖੜਾ ਹੈ। ਹੁਣ ਉਹਨਾਂ ਨੇ ਪਹਿਲਾਂ 100% ਵਜੀਫਾ ਦਿੰਦੇ ਸੀ, ਹੁਣ ਪਿਛਲੇ ਸਾਲ ਤੋਂ 60-40 ਦੀ ਰੇਸ਼ੋ ਕਰਤੀ ਕਿ 40% ਪੰਜਾਬ ਸਰਕਾਰ ਪਾਵੇ, 60 ਉਹ ਭੇਜਣਗੇ। ਮੈਂ ਉਹਨਾਂ ਨੂੰ ਇਹ ਕਹਿਣਾ ਸੀ ਕਿ ਪਿਛਲੇ 3 ਸਾਲ ਦਾ ਵਜੀਫਾ ਭੇਜ ਦਿਓ, ਜੇ ਪੂਰਾ ਨਹੀਂ ਭੇਜਣਾ ਤੁਸੀਂ 60-40 ਉਹ ਭੇਜ ਦਿਓ ਤਾਂ ਕਿ ਅਸੀਂ ਐਸੀ ਬੱਚਿਆਂ ਤੱਕ ਪੁੱਜਦਾ ਕਰੀਏ, ਲੇਕਿਨ ਉਹ ਗੱਲ ਉਹ ਕਰਨ ਨੂੰ ਤਿਆਰ ਨਹੀਂ। ਕਰਜ਼ਾ ਮਾਫੀ ਦੀ ਗੱਲ ਸੀ, ਹੈਲਥ ਦੇ ਵਿੱਚ ਕਰੋਨਾ ਆ ਰਿਹਾ, ਉਹਦੇ 'ਚ ਸਾਨੂੰ ਸਾਡਾ ਆਖਰ ਉੱਥੇ ਟੈਕਸ ਜਾਂਦੇ ਆ ਪੰਜਾਬ ਦੇ, ਉਹਨਾਂ 'ਚੋਂ ਪੈਸਾ ਅਸੀਂ ਭਾਲਦੇ ਸੀ। ਹਰ ਡਿਸਟ੍ਰਿਕਟ ਦੇ ਵਿੱਚ ਅਸੀਂ ਮੈਡੀਕਲ ਕਾਲਜ ਬਣਾਉਣਾ ਚਾਹੁੰਦੇ ਆ, 3 ਵਿੱਚ ਬਣਾ ਲਏ ਹੈ, ਬਾਕੀਆਂ 'ਚ ਬਣਾਉਣੇ, ਉਹਨਾਂ 'ਚ ਅਸੀਂ ਨਾਲ ਲਾਉਣਾ ਚਾਹੁੰਦੇ ਸੀ। ਅਸੀਂ ਪੰਜਾਬ ਦੇ ਵਿੱਚ ਗੀਤਾ ਤੇ ਭਗਵਦ ਗੀਤਾ ਤੇ ਰਮਾਇਣ ਤੇ ਅਧਿਐਨ ਸੈਂਟਰ ਖੋਲ੍ਹ ਰਹੇ ਹਾਂ। ਅਸੀਂ BR ਅੰਬੇਦਕਰ ਜੀ ਦਾ ਮਿਊਜ਼ੀਅਮ ਤਿਆਰ ਕਰ ਰਹੇ ਹਾਂ। ਇਸ ਤਰ੍ਹਾਂ ਦੇ ਕੰਮ ਹੈ ਜਿਹੜੇ ਮੈਂ ਉਹਨਾਂ ਨਾਲ ਗੱਲਾਂ ਕਰਨੀਆਂ ਸੀ। ਹਿਮਾਚਲ ਹੈ ਸਾਡਾ ਨਾਲ ਦਾ, ਉੱਥੇ ਇਹਨਾਂ ਨੇ ਇੰਡਸਟਰੀ ਨੂੰ ਪੈਕੇਜ ਦੇ ਕੇ ਕਾਮਯਾਬ ਕਰਤਾ, ਸਾਡੇ ਨਹੀਂ ਦਿੱਤਾ। ਮੈਂ ਉਹਨਾਂ ਨੂੰ ਇਹੀ ਕਹਿਣਾ ਸੀ ਕਿ ਜੀ ਪੰਜਾਬ ਨੂੰ ਵੀ ਬਾਕੀ ਸਟੇਟਾਂ ਦੇ ਬਰਾਬਰ ਰੱਖੋ, ਜੋ ਤੁਸੀਂ ਬਾਕੀ ਸਟੇਟਾਂ ਨੂੰ ਦੇ ਰਹੇ ਹੋ ਐਜੂਕੇਸ਼ਨ ਸੈਕਟਰ ਦੇ ਵਿੱਚ, ਹੈਲਥ ਸੈਕਟਰ ਦੇ ਵਿੱਚ, ਇੰਡਸਟਰੀ ਦੇ ਵਿੱਚ, ਉਹ ਸਾਨੂੰ ਦਿਓ। ਸੀਐਮ ਸਾਹਿਬ, ਤੀਜੀ ਵੇਵ ਫਿਰ ਤੋਂ ਬੜੀ ਖਤਰਨਾਕ ਤਰੀਕੇ ਨਾਲ ਆ ਰਹੀ ਹੈ। ਪਹਿਲੇ ਦਿਨ 100, ਅਗਲੇ ਦਿਨ 400, ਕੱਲ 1000 ਤੋਂ ਟੱਪ ਗਏ ਕੇਸ। ਤਾਂ ਐਸੇ ਹਾਲਾਤਾਂ ਦੇ ਵਿੱਚ ਪੋਲੀਟੀਕਲ ਪ੍ਰੋਗਰਾਮ ਵੀ ਜਿਹੜੇ ਨੇ ਚੱਲ ਰਹੇ ਨੇ, ਤਾਂ ਸਰਕਾਰ ਨੇ ਕੀ ਡਿਸੀਜਨ ਲਿਆ? ਐਸੇ ਨਵੇਂ ਬੈੱਡ ਮੰਗਾ ਲਏ ਆ, ਹਰ ਤਰ੍ਹਾਂ ਦੇ ਇਕਵਿਪਡ ਕਰਤੇ ਆ, ਗੈਸ ਸਿਲੰਡਰ, ਗੈਸ ਪਲਾਂਟ ਹਸਪੀਟਲਾਂ 'ਚ ਲਗਾਤੇ ਹੈ, ਪੈਸੇ ਵੱਖਰੇ ਰੱਖ ਲਏ ਆ ਕਰੋਨਾ ਦੀ ਮਹਾਮਾਰੀ ਨਾਲ ਨਜਿੱਠਣ ਵਾਸਤੇ। ਅਸੀਂ ਹਰ ਤਰੀਕੇ ਨਾਲ ਤਿਆਰ ਹੈ ਤੇ ਪ੍ਰਮਾਤਮਾ ਕਰੇ ਨਾ ਆਵੇ ਬਿਮਾਰੀ। ਸਿਰ ਸਾਹਿਬ, ਇੱਕ ਆਪਾਂ ਵਾਪਸ ਆਉਣੇ ਆ ਕਿ ਪੰਜਾਬ ਦੇ ਵਿਜ਼ਨ ਤੇ, ਪੰਜਾਬ ਨੂੰ ਲੈ ਕੇ ਪੰਜਾਬ ਦੇ ਲੋਕ ਇਹ ਚਾਹੁੰਦੇ ਨੇ ਕਿ ਤੁਸੀਂ ਆਪਦਾ ਅੰਦਰੂਨੀ ਕਲੇਸ਼, ਚਾਹੇ ਕੋਈ ਪਾਰਟੀ ਹੋਵੇ, ਉਹ ਚੱਲਦਾ ਰਹਿਣਾ, ਨਿਬੜੇ ਨਾ ਨਿਬੜੇ, ਪਰ ਪੰਜਾਬ ਦੇ ਲੋਕ ਕਹਿੰਦੇ ਨੇ ਸਾਡਾ ਦੱਸੋ ਤੁਸੀਂ ਕੀ ਸਵਾਰਨਾ ਹੈ। ਹਰ ਮੇਰੀ ਗੱਲ ਸੁਣੋ, ਕਿਹੜੀ ਪਾਰਟੀ ਜੇ ਨਹੀਂ ਹੈ? ਭਗਵੰਤ ਮਾਨ ਸਾਰਾ ਦਿਨ ਜਿਸ ਤਰ੍ਹਾਂ ਬੱਕਰੀ ਦੇ ਪਿੱਛੇ ਸਲਾਰੂ ਫਿਰਦੇ ਹੁੰਦੇ, ਕੇਜਰੀਵਾਲ ਪਿੱਛੇ ਫਿਰੀ ਜਾਂਦਾ ਕਿ ਮੈਨੂੰ CM ਡਿਕਲੇਅਰ ਕਰ, ਉਹ ਨਹੀਂ ਕਰ ਰਿਹਾ। ਥੋਂ ਦੇ ਬੋਰਡ ਲਗਾਏ ਵੇ ਐਤਕੀ ਵਾਰ ਕੇਜਰੀਵਾਲ, ਕਿਉਂ ਬਈ? ਉਹਨਾਂ ਦਾ ਕਲੇਸ਼ ਨਹੀਂ ਹੈ? ਕਹਿੰਦੇ ਭਗਵੰਤ ਮਾਨ ਦਾ ਸ਼ਾਇਦ ਕਿਤੇ ਨਾ ਕਿਤੇ ਕੰਮ ਬਣ ਚੱਲਿਆ, ਇਹ ਵੀ ਚਰਚਾਵਾਂ ਨੇ। ਨਹੀਂ, ਉਹ ਉੱਠਦੇ ਬੁੱਲ ਵਾਂਗੂ ਦਿਖਾਈ ਜਾਂਦੇ ਆ। ਅਗਲਾ ਤਾਂ ਆਪਣੇ ਬੋਰਡ ਲਾਈ ਜਾਂਦਾ ਪਤੰਦਰ ਦਿੱਲੀ ਤੇ ਆ ਕੇ, ਫੋਟੋ ਵੀ ਨਹੀਂ ਲਾਉਂਦਾ ਇਹਨਾਂ ਦੀ ਪੰਜਾਬੀਆਂ ਦੀ। ਉਹ ਤਾਂ ਕਹਿੰਦਾ ਮੈਂ ਹੀ ਬਣੂਗਾ ਬਾਹਰ ਤੇ ਆ ਕੇ। ਪਰ ਜੇ ਆਖਰੀ 2-4 ਦਿਨਾਂ 'ਚ ਡਿਕਲੇਅਰ ਵੀ ਕਰੇਗਾ ਤਾਂ ਕੀ ਕਰੇਗਾ? ਅੱਜ ਤਾਂ ਹੈ ਨਹੀਂ ਕੋਈ ਗੱਲ। ਜੇ ਭਗਵੰਤ ਮਾਨ ਨੂੰ ਕਰਤਾ, ਵੈਸੇ ਤੁਹਾਡੇ ਲਈ ਚਿੰਤਾ ਵਧੂਗੀ? ਨਹੀਂ, ਚਿੰਤਾ ਸਾਡੀ ਘਟ ਜਾਏਗੀ। ਕਿਉਂ? ਉਹੀ ਤਾਂ ਲੋਕਪ੍ਰਿਯਤਾ ਬੜੀ ਭਗਵੰਤ ਮਾਨ ਦੀ। ਇਹ ਤਾਂ ਹੁਣ ਵੋਟਾਂ ਦੱਸਣਗੀਆਂ ਵੀ ਕਿਹਦੀ ਲੋਕਪ੍ਰਿਯਤਾ ਹੈ। ਤੁਹਾਨੂੰ ਕੀ ਲੱਗਦਾ? ਕਿਸਾਨਾਂ ਨਾਲ ਵੀ ਗੱਠਜੋੜ ਦੀ ਗੱਲ ਚੱਲ ਰਹੀ ਹੈ। ਮੈਂ ਇਸ ਬਾਰੇ ਬਿਆਨ ਨਹੀਂ ਦੇਣਾ, ਦੂਸਰੀ ਪਾਰਟੀ ਕਿਸਾਨਾਂ ਨਾਲ ਵੀ ਗੱਠਜੋੜ ਦੀ ਗੱਲ ਚੱਲ ਰਹੀ ਹੈ ਜੀ। ਬਲਵੀਰ ਸਿੰਘ ਰਾਜੇਵਾਲ ਨੂੰ ਵੀ ਉਹਨਾਂ 'ਚ ਕਿਹੜੇ ਲੜਾਈ ਨਹੀਂ ਹੈ। ਮੈਂ ਤਾਂ ਕਹਿ ਰਿਹਾ ਯਾਰ, ਭਗਵੰਤ ਮਾਨ ਕਹਿੰਦਾ ਮੈਨੂੰ ਕਰੋ, ਰਾਜੇਵਾਲ ਕਹਿੰਦਾ ਮੈਨੂੰ ਕਰ ਦਿਓ, ਅਸੀਂ ਤੁਹਾਡੇ ਬਾਅਦ ਆ ਜਾਂਦੇ। ਮੈਨੂੰ ਨਹੀਂ ਪਤਾ ਕਹਿੰਦਾ ਕਿ ਨਹੀਂ, ਅਖਬਾਰਾਂ 'ਚ ਪੜ੍ਹਿਆ। ਕੇਜਰੀਵਾਲ ਸਭ ਦਾ ਹੀ ਬਾਪ ਹੈ, ਕਹਿੰਦਾ ਮੈਂ ਹੀ ਠੀਕ ਆ, ਤੁਸੀਂ ਕਾਹਦੇ ਵਾਸਤੇ? ਮੈਂ ਤੁਹਾਨੂੰ ਦੱਸਦਾ, ਮੇਰੇ ਖਰੜ 2 MC ਦੇ ਇਲੈਕਸ਼ਨ ਹੋਏ, 2 ਕੈਂਡੀਡੇਟ ਆ ਗਏ ਸਾਡੇ ਇੱਕ ਬੰਦੇ ਕੋਲ। ਉਹ ਕਹਿੰਦੇ ਜੀ ਤੁਸੀਂ ਇੱਥੇ ਪਹਿਲਾਂ MC ਸੀਗੇ, ਹੁਣ ਤੁਸੀਂ ਬਜ਼ੁਰਗ ਹੋ ਗਏ, ਵੀ ਅਸੀਂ 2 ਜਾਣੇ ਆ, ਜਿਹਨੂੰ ਤੁਸੀਂ ਕਹੋਗੇ ਉਹ ਖੜਾ ਹੋ ਜਾਏਗਾ, ਬਈ ਤੁਹਾਡੇ ਤੇ ਹੀ ਹੈ, ਅਸੀਂ 1 ਜਣਾ ਬੈਠ ਜਾਏਗਾ। ਉਹ ਕਹਿੰਦਾ ਸਵੇਰੇ ਆ ਜਾਓ, ਸਵੇਰੇ ਦੱਸਾਂਗਾ। ਦੂਜੇ ਦਿਨ ਸਵੇਰੇ ਚਲੇ ਗਏ, ਕਹਿੰਦੇ ਦੱਸੋ ਸਾਡੇ 'ਚ ਕੌਣ ਖੜੇ? ਕਹਿੰਦਾ ਤੁਸੀਂ 2 ਬੈਠ ਜਾਓ, ਮੇਰੀ ਨੂੰਹ ਖੜੂਗੀ। ਉਹ ਭਗਵੰਤ ਮਾਨ ਉਹਨਾਂ ਦਾ ਕੰਮ ਹੈ। ਭਗਵੰਤ ਮਾਨ ਕਹਿੰਦਾ ਮੈਨੂੰ ਮੁੱਖ ਮੰਤਰੀ ਡਿਕਲੇਅਰ ਕਰੋ, ਸਾਰਾ ਦਿਨ ਬੱਕਰੀ ਦੀ ਛਲਾਰੂ ਵਾਂਗੂ ਪਿੱਛੇ ਫਿਰੀ ਜਾਂਦਾ ਉਹਦੇ, ਕੇਜਰੀਵਾਲ ਦੇ। ਬਾਕੀ ਜਿਹੜੇ ਹੋਰ ਇਹਨਾਂ 'ਚ ਆਉਣੇ ਚਾਹੁੰਦੇ, ਜਿਸ ਤਰ੍ਹਾਂ ਤੁਸੀਂ ਨਾਮ ਲੈਂਦੇ ਹੋ, ਕਹਿੰਦੇ ਸਾਨੂੰ ਡਿਕਲੇਅਰ ਕਰੋ। ਕੇਜਰੀਵਾਲ ਕਹਿੰਦਾ ਤੁਸੀਂ ਸਾਰੇ ਜਣੇ ਟਿਕੋ, ਮੈਂ ਹੈਗਾ।
ਦਿੱਲੀ ਦੀ ਤਾਂ ਬਹੁਤ ਛੋਟੇ ਜਿਹਾ ਕੰਮ ਹੈ। ਇਹ ਪੰਜਾਬ ਐਡਾ ਬੜਾ, ਐਡਾ ਖੁਸ਼ਹਾਲ ਸੂਬਾ ਹੈ। ਤੁਹਾਨੂੰ ਲੱਗਦਾ ਕੇਜਰੀਵਾਲ ਆਪ ਹੋਣਾ ਚਾਹੁੰਦੇ ਆ? ਤੁਹਾਨੂੰ ਲੱਗਦਾ ਨਹੀਂ? ਹਰ ਜਗ੍ਹਾ ਦਾ ਲਿਖਿਆ ਵਾ ਇਤਕੀ ਵਾਰ ਕੇਜਰੀਵਾਲ। ਹੋਰ ਕੌਣ ਹੈ ਉਹ? ਹੋਰ ਕੀ ਪ੍ਰਾਈਮ ਮਿਨਿਸਟਰ ਬਣਾਉਣ ਦੀ ਗੱਲ ਕਰ ਰਿਹਾ ਉਹ ਮੁੱਖ ਮੰਤਰੀ ਬਣਨੇ ਨੇ ਕਹਿ ਰਿਹਾ ਪੰਜਾਬ ਦਾ। ਪੰਜਾਬ ਦੇ ਚੀਫ ਮਿਨਿਸਟਰ ਅਰਵਿੰਦ ਕੇਜਰੀਵਾਲ ਬਣਨਾ ਚਾਹੁੰਦੇ ਤੁਸੀਂ ਕਹਿੰਦੇ ਹੋ? ਯਾਰ ਬੋਰਡ ਲੱਗੇ ਪਏ ਆ ਥਾਂ ਥਾਂ, ਦਿੱਲੀ ਦੀ ਸਰਕਾਰ ਦੇ ਪੈਸੇ ਦੇ ਨਾਲ ਲੱਗੇ ਪਏ ਆ। ਜੇ ਉਰੇ ਬਣਾ ਦੋਗੇ, ਉਰੇ ਦੀ ਸਰਕਾਰ ਦੇ ਪੈਸੇ ਨਾਲ ਹਿਮਾਚਲ 'ਚ ਹਰਿਆਣੇ 'ਚ ਲੱਗਣਗੇ ਕੱਲ ਨੂੰ। ਪੰਜਾਬ ਦਾ ਪੈਸਾ ਬਾਹਰ ਜਾਣ ਲੱਗ ਜੂਗਾ। ਮੈਂ ਇਹ ਕਹਿ ਰਿਹਾ ਕਿ ਇਹ ਕਾਲੇ ਅੰਗਰੇਜ਼ਾਂ ਨੂੰ ਲੈ ਕੇ ਕਾਹਦੇ ਵਾਸਤੇ ਆ ਰਹੇ ਹੋ ਤੁਸੀਂ? ਇਸ ਗੱਲ ਤੇ ਇਤਰਾਜ਼ ਕੀਤਾ ਉਹਨਾਂ ਨੇ ਪਹਿਲਾਂ ਵੀ। ਯਾਰ ਮੇਰੀ ਗੱਲ ਸੁਣੋ, ਮੈਂ ਗਲਤ ਕਿਆ ਕਹਿ ਰਿਹਾ? ਬਾਹਰਲੇ ਦੇਸ਼ਾਂ 'ਚੋਂ ਚਿੱਟੇ ਅੰਗਰੇਜ਼ ਆਏ, ਉਹਨਾਂ ਨੇ ਦੇਸ਼ ਨੂੰ ਲੁੱਟਿਆ। ਇਹ ਦਿੱਲੀ ਤੋਂ ਹਰਿਆਣੇ ਤੋਂ ਪਤਾ ਨਹੀਂ ਕਿੱਥੇ ਕਿੱਥੇ ਦੇ ਆ ਕੇ ਕਾਲੇ ਅੰਗਰੇਜ਼ ਆ ਰਹੇ ਪੰਜਾਬ ਨੂੰ ਲੁੱਟਣ ਵਾਸਤੇ। ਚੱਲ ਮੈਂ ਚਿੱਟੇ ਅੰਗਰੇਜ਼ ਇਤਰਾਜ਼ ਕੀਤਾ ਸੀ ਉਹਨਾਂ ਨੇ। ਮੈਂ ਕਹਿ ਦਿੰਦਾ ਯਾਰ, ਉਹਨਾਂ ਨੂੰ ਮੈਂ ਕਿਹਾ ਚੱਲ ਠੀਕ ਹੈ ਯਾਰ, ਹੈ ਤਾਂ ਅੰਗਰੇਜ਼ੀ, ਮੈਂ ਚਿੱਟੇ ਕਹਿ ਦਿੰਦਾ। ਤੁਹਾਨੂੰ ਫਰਕ ਕਿਆ ਹੈ? ਬਾਹਰ ਤੇ ਬੰਦਾ ਕਿਉਂ ਆ ਕੇ ਲੁੱਟੇ? ਸਾਡੀ ਵੀ ਪਾਰਟੀ ਹੈ, ਕੋਈ ਇੰਟਰਫੀਰੈਂਸ ਨਹੀਂ ਇੱਥੇ। ਟੋਟਲ ਇੰਟਰਫੀਰੈਂਸ ਕੇਜਰੀਵਾਲ। ਛੋਟਾ ਜਿਹਾ ਵੀ ਐਲਾਨ ਕਰਨਾ ਕੇਜਰੀਵਾਲ ਆ ਕੇ ਕਰੇਗਾ। ਤੁਹਾਡੇ ਵੀ ਤਾਂ ਦਿੱਲੀ ਤੋਂ ਹੁੰਦੇ ਆ ਸੀਐਮ ਸਾਹਿਬ। ਕਦੇ ਦੇਖਿਆ ਸਾਡੇ ਕੋਈ ਦਿੱਲੀ ਤੇ ਆ ਕੇ ਐਲਾਨ ਕਰਦਾ? ਮੈਂ ਕਰਦਾ ਸਾਰੇ ਐਲਾਨ, ਜਾਂ ਸਾਡਾ ਪ੍ਰਧਾਨ ਕਰਦਾ ਜਾਂ ਕੋਈ ਵੀ ਕਰਦਾ। ਤੁਸੀਂ ਐਲਾਨ ਦੀ ਗੱਲ ਕੀਤੀ ਆ, ਤੁਸੀਂ ਆਪ ਹੀ ਗੱਲ ਛੇੜ ਲਈ। ਐਲਾਨਾਂ ਦੀ ਗੱਲ ਕਰਦੇ ਆ। ਤੁਸੀਂ ਕਹਿੰਦੇ ਹੋ ਤੁਸੀਂ ਐਜ਼ ਚੀਫ ਮਿਨਿਸਟਰ ਕਪੈਸਿਟੀ 'ਚ ਐਲਾਨ ਕਰ ਰਹੇ ਹੋ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਕਈ ਐਲਾਨ ਕਰ ਰਹੇ ਨੇ। ਉਹਨਾਂ ਨੇ ਮੈਂ ਇਹ ਕਹਿ ਰਿਹਾ ਯਾਰ, ਮੇਰਾ ਕਹਿਣ ਦਾ ਮਤਲਬ ਇਹ ਹੈ 15,000 ਦੀ ਗੱਲ ਕੀਤੀ, ਜਿਹੜੇ ਉਹ ਐਲਾਨ ਨੇ ਸੀਐਮ ਸਾਹਿਬ। ਮੈਂ ਇਹ ਕਹਿ ਰਿਹਾ ਕਿ ਜੋ ਵੀ ਕਰਦਾ, ਕੋਈ ਵੀ ਕਰਦਾ, ਪੰਜਾਬੀ ਕਰਦਾ ਨਾ, ਪਰ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਵੀ ਕਰਦਾ ਕੇਜਰੀਵਾਲ ਕਰਦਾ। ਕਿਉਂ ਬਈ? ਪਰ ਉਹਨਾਂ ਜਿਹੜੇ ਨਵਜੋਤ ਸਿੰਘ ਸਿੱਧੂ ਮੈਂ ਕਾਲੇ ਅੰਗਰੇਜ਼ਾਂ ਤੇ ਆਓ ਪਹਿਲਾਂ ਤੁਸੀਂ। ਮੈਂ ਕਹਿ ਰਿਹਾ ਇਹ ਕਾਲੇ ਅੰਗਰੇਜ਼ ਹੈ, ਪੰਜਾਬ ਨੂੰ ਲੁੱਟਣ ਆਏ ਹੈ। ਮੈਂ ਉੱਥੇ ਖੜਾ ਹਾਂ। ਇਹ ਬਾਹਰ ਦੇ ਬੰਦੇ ਆ ਕੇ ਕਿਉਂ ਲੁੱਟਣ? ਜੇ ਕੱਲ ਨੂੰ ਸਰਕਾਰ ਆਮ ਆਦਮੀ ਦੀ ਆ ਗਈ, ਚਲਾਣੀ ਤਾਂ ਕੇਜਰੀਵਾਲ ਨਹੀਂ ਹੈ। ਜੇ ਇੱਥੇ ਕਿਸੇ ਨੂੰ ਨਾਮ ਨੂੰ ਬਿਠਾਲ ਵੀ ਦੇਗਾ ਗੁੱਠਾ ਲਾ ਕੇ, ਕਿਉਂ ਬਈ? ਉਹ ਸਾਡੇ ਕੋਲੇ ਵਿਜ਼ਨ ਆ, ਦਿੱਲੀ ਸੁਧਾਰੀਏ ਪਹਿਲਾਂ। ਕਿਉਂ ਬਈ? ਸਾਡੇ ਕੋਲ ਵਿਜ਼ਨ ਕਾਹਤੇ ਨਹੀਂ ਹੈ? ਅੱਜ ਤੱਕ ਹਿੰਦੁਸਤਾਨ 'ਚ ਰਾਜ ਹੋਇਆ ਬਿਨਾਂ ਵਿਜ਼ਨ ਤੇ ਹੋਇਆ। ਕੇਜਰੀਵਾਲ ਕੋਲ ਕਿਹੜਾ ਵਿਜ਼ਨ ਹੈ ਯਾਰ? ਕਿਆ ਕਰਿਆ ਉਹਨੇ ਅੱਜ ਤੱਕ? ਉਹਦੇ ਪਤਾ ਰਾਜ ਭਾਗੇ ਨਹੀਂ ਹੈ ਕੋਈ। ਪੁਲਿਸ ਉੱਥੇ ਕੋਈ ਹੋਰ ਚਲਾਉਂਦਾ ਹੈ, ਮਿਊਨਿਸਪਲ ਕਮੇਟੀ ਕੋਈ ਹੋਰ ਚਲਾਉਂਦਾ ਹੈ, ਸਰਕਾਰ ਪਤਾ ਹੈ ਹੀ ਕੁਝ ਨਹੀਂ। ਕਿਹੜਾ ਵਿਜ਼ਨ ਹੈ ਉਹਦੇ ਕੋਲ? ਸਿਰਫ ਆਹ ਵਿਜ਼ਨ ਹੈ ਕਿ ਜੀ ਮੈਂ ਡਰਾਮਾ ਕਰਦਾ, ਮੈਂ ਆਮ ਆਦਮੀ ਬਣ ਕੇ ਦਿਖਾਉਂਦਾ, ਮੈਂ ਕੋਟੀ ਪੁਰਾਣੀ ਪਾ ਕੇ ਆ ਜਾਂਦਾ, ਮੈਂ ਪੈਂਟ ਪੁਰਾਣੀ ਪਾ ਕੇ ਆ ਜਾਂਦਾ, ਮੈਂ ਰਹਿੰਦਾ ਇੱਥੇ ਜਲੰਧਰ ਔਰ ਅੰਮ੍ਰਿਤਸਰ ਸਭ ਤੋਂ ਬੜੇ ਹੋਟਲ ਵਿੱਚ ਹੈ, ਲੇਕਿਨ ਉੱਤਰਦੇ ਸਾਰ ਲੁਧਿਆਣੇ 3 ਵੀਲਰ 'ਚ ਬੈਠ ਜਾਂਦਾ, ਫਿਰ 3 ਵੀਲਰ ਵਾਲੇ ਦੇ ਘਰ ਰੋਟੀ ਜਾਣ ਜਾਂਦਾ। ਆਹ ਵਿਜ਼ਨ ਹੈ। ਕਿਹੜਾ ਵਿਜ਼ਨ ਹੈ? ਡਰਾਮਾ ਸਾਰਾ ਟੋਟਲ। ਵਿਜ਼ਨ ਤਾਂ ਐਸੀ ਦਵਾਂਗੇ ਭਾਈ ਸਾਹਿਬ। ਖਰੜ ਦੇ ਵਿੱਚ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਰਿਹਾ, ਖਰੜ ਦੇ ਵਿੱਚ ਪਾਰਕ ਬਣਾਈ 25 ਏਕੜ ਦੇ ਵਿੱਚ, ਸਟੇਡੀਅਮ ਬਣਾਇਆ, ਖਰੜ ਦਾ ਸਕੂਲ ਮਾਡਲ ਸਕੂਲ ਬਣਾਇਆ। ਹੁਣ ਉਹਦੇ 'ਚ ਡਬਲ ਸ਼ਿਫਟ ਚੱਲਦੀ ਹੈ। ਸਰਕਾਰੀ ਸਕੂਲ ਦੇ ਵਿੱਚ ਇੱਕੋ ਇੱਕ ਹੈ ਪੰਜਾਬ ਦੇ ਵਿੱਚ, 3000 ਬੱਚਾ ਹੈ ਉਹਦੇ ਵਿੱਚ। ਹੁਣ ਉਹਨੂੰ ਬਾਹਰ 10 ਏਕੜ 'ਚ ਬਣਾ ਰਹੇ। ਸਕੂਲ ਹੈ ਜਿਹੜੇ, ਉਹਨਾਂ ਵਿੱਚ ਗਰਾਊਂਡ ਵੀ ਹੋਣੇ ਚਾਹੀਦੇ, ਉਹਨਾਂ ਦੇ ਵਿੱਚ ਖੇਲਣ ਦਾ ਵੀ ਸਮਾਨ ਚਾਹੀਦਾ। ਮੈਂ ਖੇਲਦਾ ਵੀ ਰਿਹਾ, ਮੈਂ ਭੰਗੜਾ ਵੀ ਪਾਉਂਦਾ ਰਿਹਾ, ਮੈਂ ਐਨਸੀਸੀ ਦੇ ਕੈਂਪ ਵੀ ਲਗਾਏ, ਮੈਂ ਐਨਐਸਐਸ ਦਾ ਕੈਂਪ ਲਗਾਇਆ। ਤੁਸੀਂ ਬੱਸ ਵੀ ਚਲਾਉਂਦੇ ਰਹੇ ਯਾਰ ਕਰੇ ਸੀਐਮ ਸਾਹਿਬ। ਵਿਰੋਧੀ ਕਹਿੰਦੇ ਤੁਸੀਂ ਜਿਹੜੀ ਕਿਹੜੀ ਚੀਜ਼ ਕਹਿੰਦੇ ਨੇ ਮੈਂ ਵੀ ਕਰਦਾ ਰਿਹਾ। ਵੀਰ ਜੀ, ਕੋਈ ਤੁਸੀਂ ਗਰੀਬ ਕਿਸਾਨ ਦੇ ਮੁੰਡੇ ਹੋ, ਤੁਸੀਂ ਕਿਆ ਨਹੀਂ ਕਰ ਲੈਂਦੇ ਬਈ? ਤੁਹਾਨੂੰ ਧਾਰ ਚੋਣੀ ਨਹੀਂ ਆਉਂਦੀ? ਮੰਜਾ ਬੁਣਨਾ ਕਿੱਡੀ ਗੱਲ ਹੈ ਜਿਹੜੀ ਕਿਹਨੂੰ ਨਹੀਂ ਆਉਂਦਾ? ਜਿਹੜੇ ਤੇ ਮੰਜਿਆਂ ਪਰ ਸੌਂਦੇ। ਚਲੋ ਹਾਸਨਾ ਹੱਸ ਰਿਹਾ। ਮੈਨੂੰ ਦੱਸੋ, ਤੁਸੀਂ ਮੈਂ ਉਹਦੇ ਸੱਚੀ ਦੇਖਿਆ ਤੁਸੀਂ ਬੱਸ ਨਹੀਂ, ਚਲਾ ਰਹੇ ਤੁਸੀਂ ਕਦੇ ਖਾੜਾ ਨੱਕੇ ਨਹੀਂ ਮੋੜੇ? ਤੁਸੀਂ ਉਸ ਦਿਨ ਬੱਸ ਚਲਾਉਂਦੇ ਦੇਖੇ, ਤੁਸੀਂ ਪਹਿਲਾਂ ਕਦੇ ਚਲਾਈ? ਸੱਚੀ ਚਲਾ ਲੈਂਦੇ ਸੀ? ਯਾਰ ਕਿਉਂ ਨਹੀਂ ਚਲਾ ਲੈਂਦੇ? ਮੇਰੇ ਪਾਸ ਪੈਟਰੋਲ ਪੰਪ ਸੀਗਾ ਤਾਂ ਮੈਂ ਤੇਲ ਪਾਇਆ ਹੈ ਉੱਥੇ। ਪਾਣੀ ਦੀ ਤੁਸੀਂ ਮਾਲਕ ਸੀ ਉੱਥੇ? ਤੇਲ ਦੀ ਟੈਂਕ। ਯਾਰ ਮੇਰੀ ਮਾਲਕ ਕਿਤੇ ਪੈਟਰੋਲ ਪੰਪ ਦਾ, ਮੇਰੇ ਕੋਲ ਕੱਲਾ ਡੀਜ਼ਲ ਦਾ ਪੰਪ ਮਿਲਿਆ ਸੀ ਮੈਨੂੰ। ਬਹੁਤ ਬੜੀ ਗੱਲ ਹੁੰਦੀ ਹੈ ਕਿਤੇ। ਤੇਲ ਦੀ ਟੈਂਕੀ ਪਾਈ ਉੱਥੇ ਕਿਸ਼ਤਾਂ ਪਰ, ਸ਼ਡਿਊਲ ਕਾਸਟ ਕਾਰਪੋਰੇਸ਼ਨ ਤੋਂ ਲੋਨ ਲੈ ਕੇ ਮੈਂ ਤੇਲ ਦੀ ਟੈਂਕੀ ਪਾਈ। ਉਹ ਤੇਲ ਦੀ ਟੈਂਕੀ ਮੈਂ ਚਲਾ ਲੈਂਦਾ ਯਾਰ, ਕੀ ਗੱਲ ਹੈ ਇਹਦੇ ਵਿੱਚ? ਮੈਂ ਕਹੂੰਗਾ ਵੀ ਮੈਂ ਟਰੱਕ ਚਲਾ ਲੈਂਦਾ ਤਾਂ ਫੇਰ ਕਹਿਣਗੇ ਵੀ ਤੁਸੀਂ ਆ ਵੀ ਕਰ ਲੈਂਦੇ ਹੋ। ਇਹ ਆਮ ਬੰਦਾ ਕਰ ਲੈਂਦਾ ਪੰਜਾਬੀ। ਹਾਂ ਠੀਕ ਹੈ, ਕੇਜਰੀਵਾਲ ਉਹਨਾਂ ਨੂੰ ਨਹੀਂ ਆਉਂਦਾ। ਕੇਜਰੀਵਾਲ ਵਰਗਾ ਜਦ ਬੰਦਾ ਭੱਜਦਾ ਨਾ, ਕਦੇ ਗਰਾਊਂਡ 'ਚ ਤਾਂ ਗਿਆ ਨਹੀਂ ਹੁੰਦਾ, ਫਿਰ ਉਹ ਲੱਤਾਂ ਸਿੱਧੀਆਂ ਕਰਕੇ ਭੱਜਦਾ, ਐ ਵੱਟ ਵੀ ਨਹੀਂ ਪਾਉਂਦਾ ਲੱਤਾਂ ਦੇ ਵਿੱਚ, ਕਿਉਂਕਿ ਕਦੇ ਖੇਲੇ ਹੀ ਨਹੀਂ ਹੁੰਦੇ। ਸਮਾਪਤੀ ਵਾਲੇ ਪਾਸੇ ਵਧਾਂਗੇ ਸੀਐਮ ਸਾਹਿਬ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤਾਂ ਪੰਜਾਬ ਦੇ ਲੋਕ ਕਿੰਨੀ ਕਾਸ ਕਰਨ ਤੁਹਾਡੇ ਤੋਂ ਕਿ ਵਾਕਈ ਪੰਜਾਬ ਦੀ ਤਸਵੀਰ ਬਦਲੇਗੀ? ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਅੱਜ ਬਣ ਰਹੇ ਨੇ, ਵੱਧ ਤੋਂ ਬੱਤਰ ਹਾਲਾਤ ਹੁੰਦੇ ਜਾ ਰਹੇ ਨੇ, ਕੀ ਪੰਜਾਬ ਇੱਕ ਖੁਸ਼ਹਾਲ ਪੰਜਾਬ ਹੋਵੇਗਾ? ਮੈਂ ਪੰਜਾਬੀ ਬੰਦਾ, ਆਮ ਲੋਕਾਂ ਦੇ ਵਿੱਚ ਦਾ, ਤੇ ਪੰਜਾਬ ਵਾਸਤੇ ਮੈਨੂੰ ਜਿੰਨਾ ਦਰਦ ਹੋ ਸਕਦਾ ਉਹਨਾਂ ਕਿਸੇ ਬਾਹਰ ਦੇ ਬੰਦੇ ਨੂੰ ਜਾਂ ਕਿਸੇ ਰਜਵਾੜੇ ਨੂੰ ਨਹੀਂ ਹੋ ਸਕਦਾ।
ਮੈਂ ਪੰਜਾਬ ਵਾਸਤੇ ਜੋ ਕਰ ਸਕਦਾ ਉਹ ਕਰਾਂਗਾ। ਮੈਂ ਕੋਈ ਬਹੁਤ ਬੜੇ ਸਿਨੈਰੀਓ ਨਹੀਂ ਦਿਖਾ ਰਿਹਾ, ਲੇਕਿਨ ਜਿੱਥੇ ਜਿੱਥੇ ਮੈਂ ਕੰਮ ਕਰਿਆ, ਮਿਊਨਿਸਪਲ ਕਮੇਟੀ ਖੈੜ 'ਚ ਕਰਿਆ, ਖੈੜ 'ਚ ਆ ਕੇ ਪੁੱਛੋ। ਚਮਕੌਰ ਸਾਹਿਬ ਦੇ ਐਮਐਲਏ ਦੇ ਤੌਰ ਤੇ ਕੰਮ ਕਰਿਆ, ਚਮਕੌਰ ਸਾਹਿਬ ਦੇ ਲੋਕਾਂ ਨੂੰ ਪੁੱਛੋ ਡਿਵੈਲਪਮੈਂਟ ਕਿਵੇਂ ਕਾਂਗਰਸ ਦੀ ਪੋਜੀਸ਼ਨ ਕੀ ਹੈ ਜੀ? ਮੈਂ ਇੱਕ ਗੱਲ ਕਹਿ ਰਿਹਾ, ਸਮਾਪਤੀ ਵਾਲੇ ਪਾਸੇ ਜਾਓ। ਚਮਕੌਰ ਸਾਹਿਬ ਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਓ, ਉੱਥੇ ਦੀ ਸਟਰੀਟ ਦੇਖੋ, ਉਹਦੇ ਵਿੱਚ ਕਿੰਨਾ ਬਦਲਾਅ ਆਇਆ ਮੇਰੇ ਮੰਤਰੀ ਬਣਨ ਤੋਂ ਬਾਅਦ। ਤੁਹਾਨੂੰ ਪਤਾ ਲੱਗ ਜਾਏਗਾ ਮੈਂ ਪੰਜਾਬ 'ਚ ਕੀ ਬਦਲਾਅ ਲਿਆਵਾਂਗਾ। ਜੀ ਲੱਗਦਾ ਚਮਕੌਰ ਸਾਹਿਬ ਦੀ ਗੁਰਦੁਆਰੇ ਦੇ ਸਾਹਮਣੇ ਜਾ ਕੇ ਸਾਰੇ ਹੀ ਸਟਰੀਟ ਦੇ ਵਿੱਚ ਮਾਰਬਲ ਲਗਾਤਾ ਦੋਏ ਪਾਸੇ, ਇੰਨਾ ਸਜਾਤਾ ਚਮਕੌਰ ਸਾਹਿਬ ਨੂੰ, ਔਰ 50 ਕਰੋੜ ਰੁਪਇਆ ਹੋਰ ਮਨਜ਼ੂਰ ਕਰਾਇਆ। ਚਮਕੌਰ ਸਾਹਿਬ ਜਾ ਕੇ ਦੇਖੋ, ਕਾਂਗਰਸ ਕਿੱਥੇ ਖੜੀ ਸੀ? ਜੇ ਚਮਕੌਰ ਸਾਹਿਬ ਦੀ ਡਿਵੈਲਪਮੈਂਟ ਹੋਈ ਹੈ, ਜੇ ਮੈਂ ਮਿਊਨਿਸਪਲ ਕਮੇਟੀ ਦੇ ਖੇੜ ਦੇ ਵਿੱਚ ਡਿਵੈਲਪਮੈਂਟ ਕਰਾਈ ਹੈ, ਤਾਂ ਪੰਜਾਬ ਨੂੰ ਵੀ ਸੁਨਹਿਰਾ ਬਣਾ ਦਾਂਗਾ। ਉਸ ਡਿਵੈਲਪਮੈਂਟ ਦੇ ਆਧਾਰ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ, ਕਿਸ ਲੈਵਲ ਤੇ ਲੈ ਜਾਏਗੀ? ਇਹ ਤਾਂ ਪੰਜਾਬ ਦੇ ਲੋਕ ਦੱਸਣਗੇ। ਤੁਸੀਂ ਆਪੇ ਕਹਿੰਦੇ ਪੰਜਾਬ ਦੇ ਵਿੱਚ ਚੰਨੀ ਚੰਨੀ ਹੋਈ ਪਈ ਹੈ, ਮੈਂ ਤਾਂ ਨਹੀਂ ਕਿਹਾ। ਜੇ ਹੋਈ ਪਈ ਹੈ ਤਾਂ ਹੋਈ ਪਈ ਹੋਏਗੀ। ਤੁਸੀਂ ਦੱਸ ਰਹੇ ਹੋ, ਤੁਸੀਂ ਪੱਤਰਕਾਰ ਹੋ, ਚੰਗੇ ਪੱਤਰਕਾਰ ਵਿਰੋਧ ਹੋ। ਕਿਹਨੂੰ ਦੇਖਦੇ ਹੋ? ਆਮ ਆਦਮੀ ਪਾਰਟੀ, ਅਕਾਲੀ ਦਲ, ਬੀਜੇਪੀ, ਕੈਪਟਨ? ਮੇਰਾ ਕੋਈ ਵਿਰੋਧੀ ਨਹੀਂ ਹੈ, ਮੈਂ ਆਪਣਾ ਵਿਰੋਧੀ ਆਪ ਹੀ ਹਾਂ। ਮੈਂ ਆਪਣੇ ਆਪ ਨੂੰ ਤਰੱਕੀ ਦੇ ਰਾਸਤੇ ਪਰ ਤੋਰਨ ਦੀ ਵਾਸਤੇ ਲੱਗਿਆ ਰਹਿੰਦਾ ਹਰ ਟਾਈਮ। ਆਪਣੇ ਆਪ ਨੂੰ ਸਟਰੈਂਥਨ ਕਰਦਾ। ਮੈਂ ਸਿੰਪਲ BA ਕਰੀ ਸੀ, ਉਸ ਤੋਂ ਬਾਅਦ ਲਾਅ ਕਰਿਆ, ਫਿਰ ਮੈਂ MLA ਬਣਿਆ। ਪਹਿਲਾਂ 3 ਵਾਰ MC ਬਣਿਆ, 3 ਵਾਰ MLA ਬਣਿਆ। ਪਹਿਲੀ ਵਾਰ MLA ਬਣਿਆ ਤਾਂ MBA ਕਰੀ, ਨਾਲ ਪੜ੍ਹਦਾ ਹੈ। ਦੂਸਰੀ ਵਾਰ MLA ਬਣਿਆ ਤਾਂ MA ਕਰੀ ਪੋਲੀਟੀਕਲ ਸਾਇੰਸ ਦੀ। ਹੁਣ ਮੈਂ PhD ਕਰ ਰਿਹਾ। ਲਗਨ ਹੈ, ਆਪਣੇ ਆਪ ਨੂੰ ਸਟਰੈਂਥਨ ਕਰਨ ਦੀ ਸੋਚ ਹੈ। ਇਹੀ ਮੈਂ ਆਪਣੇ ਨੌਜਵਾਨਾਂ ਨੂੰ ਦੇਣਾ ਚਾਹੁੰਦਾ। ਸ਼ੁਕਰੀਆ ਸੀਐਮ ਸਾਹਿਬ। ਤਾਂ ਇਹ ਸਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਦੇ ਨਾਲ ਹਰ ਮੁੱਦੇ ਤੇ ਗੱਲਬਾਤ ਕੀਤੀ ਹੈ ਔਰ ਦਾਅਵਾ ਕਰਦੇ ਨੇ ਕਿ ਪੰਜਾਬ ਦੇ ਲਈ ਇੱਕ ਅੱਛਾ ਵਿਜ਼ਨ ਹੈ। ਆਉਣ ਵਾਲਾ ਸਮਾਂ ਪੰਜਾਬ ਦੇ ਲਈ ਅੱਛਾ ਸਮਾਂ ਹੋਵੇਗਾ, ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੇਗੀ। ਦਾਅਵਾ ਕਰਦੇ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇਗਾ ਔਰ ਹਰ ਸਾਲ ਕਹਿੰਦੇ ਨੇ ਕਿ ਲੱਖ ਨੌਕਰੀ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਮਿਲੇਗੀ। ਆਸ ਕਰਦੇ ਹਾਂ ਕਿ ਪੰਜਾਬ ਦਾ ਭਵਿੱਖ ਹੈ ਜਿਹੜਾ ਚੰਗਾ ਹੋਵੇ। ਰਾਜਨੀਤਿਕ ਹਾਲਾਤ ਜੋ ਵੀ ਹੋਣਗੇ, ਪੰਜਾਬ ਦਾ ਭਲਾ ਜ਼ਰੂਰ ਹੋਵੇ, ਪੰਜਾਬ ਦੇ ਭਲੇ ਦੀ ਆਸ ਦੇ ਨਾਲ। ਮੇਰੇ ਸਹਿਯੋਗੀ ਕੈਮਰਾਮੈਨ ਰਜਿੰਦਰ ਤੇ ਅਜੇ ਤੇ ਮੈਨੂੰ ਨਪਿੰਦਰ ਸਿੰਘ ਬਰਾੜ ਨੂੰ ਦਿਓ ਇਜਾਜ਼ਤ। ਨਿਊਜ਼ 18 ਪੰਜਾਬ, ਹਰਿਆਣਾ, ਹਿਮਾਚਲ ਤੇ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਹੈ। ਸ਼ੁਕਰੀਆ।